ਸਿਮਰੋ ਗੁਰ ਅਮਰਦਾਸ। ਸ਼੍ਰੀ ਗੁਰੂ ਰਾਮਦਾਸ ਗੁਰੂ ਅਰਜਨ ਬਿਘਨਨ ਕੇ ਹਰ ਗੋਬਿੰਦ ਸ਼ੁਭ ਮਤ ਪ੍ਰਕਾਸਕ। ਸ਼੍ਰੀ ਹਰਿ ਰਾਏ ਨਮੋ ਕਰ ਜੋਰੀ, ਨਮੋ ਕਰ ਜੋਰੀ। ਸ਼੍ਰੀ ਹਰਿ ਕ੍ਰਿਸ਼ਨ ਮਨਾਉ ਬਹੋਰੀ। ਤੇਗ ਬਹਾਦਰ ਪਰਮ ਕਿਰਪਾਲਾ ਜੀ, ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਬੇਸਾਲਾ। ਕਰੋ ਤਰਾ ਪਰ ਪੁੰਨ ਪੁੰਨ ਸੀਸਾ ਜੀ, ਪੁੰਨ ਪੁੰਨ ਸੀਸਾ। ਬੰਦੋ ਬਾਰ ਬਾਰ ਜਗਦੀਸਾ। ਏਕੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਬਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਬਿਘਨ ਬਿਨਾਸਨ ਸੋਏ। ਦੋਹਰਾ ਇੱਕ ਦਿਨ ਬੀਚ ਦੀਵਾਨ ਕੇ, ਗੁਰੂ ਅਗਾਰੀ ਹੋਏ। ਹਿਰਦੈ ਸ਼ਬਦ ਕੀ ਭਾਵਨਾ, ਬੋਲਿਓ ਸਿੱਖ ਅਸ ਕੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਨਮਾਨਯੋਗ ਗੁਰੂ ਸਵਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਧੰਤਾ ਦੇ ਪਾਤਰ ਹੋ। ਤਿਲਕ ਜੰਜੂ ਦੇ ਰਾਖੇ ਸਾਹਿਬ ਨੌਵੇਂ ਪਾਤਸ਼ਾਹ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਵਿੱਤਰ ਚਰਨ ਛੋਹ ਪ੍ਰਾਪਤ ਇਤਿਹਾਸਕ ਸਥਾਨ 'ਤੇ ਨਿਤਾ ਪ੍ਰਤੀ ਇਕੱਤਰ ਹੋ ਕੇ ਹਾਜ਼ਰੀਆਂ ਭਰ ਕੇ ਸਤਿਗੁਰੂ ਕਲਗੀਧਰ ਪੰਥ ਦੇ ਵਾਲੀ, ਚਿੱਟਿਆਂ ਬਾਜਾਂ ਵਾਲੇ ਸ਼ਮਸ਼ੇਰੇ ਬਹਾਦਰ ਦੇਗ ਔਰ ਤੇਗ ਕੇ ਧਨੀ ਸਤਿਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਇਤਿਹਾਸ ਦੀ ਚੱਲ ਰਹੀ ਲੜੀਵਾਰ ਕਥਾ ਬਹੁਤ ਹੀ ਅਦਬ ਸਤਿਕਾਰ ਔਰ ਸ਼ਰਧਾ ਸਹਿਤ ਆਪ ਜੀ ਸਰਵਣ ਕਰ ਰਹੇ ਹੋ। ਕਥਾ ਨਿਤਾ ਪ੍ਰਤ ਹੋਤ ਹੈ, ਸੁਨਹੁ ਸਿੰਘ ਸੁਜਾਨ। ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੈ ਕਲਿਆਣ। ਇਹ ਅੰਮ੍ਰਿਤ ਕਥਾ ਹੈ ਸਤਿਗੁਰਾਂ ਦੀ, ਜੋ ਆਪ ਜੀ ਬੜੀ ਸ਼ਰਧਾ ਨਾਲ, ਬੜੇ ਪਿਆਰ ਨਾਲ, ਭਾਵਨਾ ਨਾਲ ਗੁਰੂ ਪਰਮੇਸ਼ਵਰ ਰੂਪ ਜਾਣ ਕੇ ਸਤਿਗੁਰਾਂ ਨੂੰ ਸਾਹਿਬ ਦੀ ਅੰਮ੍ਰਿਤ ਕਥਾ ਸਰਵਣ ਕਰਦੇ ਹੋ। ਕਲਗੀਧਰ ਜੀ ਨੇ ਸ੍ਰੀ ਆਨੰਦਪੁਰ ਸਾਹਿਬ ਵਿਖੇ ਹੋਲੇ ਮਹੱਲੇ ਦੇ ਜੋੜ ਮੇਲੇ ਮਨਾਏ ਨੇ। ਆਈ ਹੋਈ ਸੰਗਤ ਨੂੰ ਉਪਦੇਸ਼ ਦਿੱਤਾ ਹੈ
ਦੱਸਿਆ ਕਿ ਅਕਸਰ ਕਿਵੇਂ ਮੇਲਿਆਂ ਦੇ ਵਿੱਚ ਕੁਝ ਕੁਰੀਤੀਆਂ ਜਿਹੜੀਆਂ ਨੇ ਉਹ ਫੈਲ ਜਾਂਦੀਆਂ ਨੇ। ਉਹਨਾਂ ਕੁਰੀਤੀਆਂ ਦਾ ਤਿਆਗ ਹੋਣਾ ਚਾਹੀਦਾ। ਔਰ ਇਹ ਜਿਹੜੇ ਧਾਰਮਿਕ ਜੋੜ ਮੇਲੇ ਹਨ, ਇੱਥੇ ਵਿਰਲੇ ਲੋਕ ਨੇ ਜਿਹੜੇ ਆ ਕੇ ਲਾਹਾ ਪ੍ਰਾਪਤ ਕਰਦੇ ਹਨ, ਨਹੀਂ ਤਾਂ ਬਹੁਤੇ ਕੇਵਲ ਮੇਲਾ ਵੇਖਣ ਹੀ ਆਉਂਦੇ ਆ। ਰੌਣਕ ਮੇਲਾ ਤੱਕਿਆ, ਵਧੀਆ ਵਧੀਆ ਭਾਂਤ ਭਾਂਤ ਦੇ ਪਕਵਾਨ ਖਾਧੇ ਔਰ ਉੱਥੋਂ ਰੁਖਸਤ ਹੋ ਕੇ ਚਲੇ ਗਏ। ਪਰ ਇਹਨਾਂ ਮੇਲਿਆਂ ਦੇ ਨਾਲ ਜਦੋਂ ਕੋਈ ਵਿਰਲੇ ਲੋਕ ਹੁੰਦੇ ਆ ਜਿਹੜੇ ਸਤਿਪੁਰਸ਼ਾਂ ਮਹਾਂਪੁਰਸ਼ਾਂ ਦੇ ਦਰਸ਼ਨ ਕਰਨ, ਉਹਨਾਂ ਦੀ ਸੰਗਤ ਵਿੱਚ ਬੈਠ ਕੇ ਕੀਰਤਨ ਸੁਣਨ, ਕਥਾ ਸਰਵਣ ਕਰਨ, ਉਹ ਵਿਰਲੇ ਹਨ। ਕੋਟ ਮੱਧੇ ਕੋ ਵਿਰਲਾ ਸੇਵਕ, ਕਰੋੜਾਂ ਵਿੱਚੋਂ ਕੋਈ ਵਿਰਲਾ ਹੈ ਜਿਹੜਾ ਇਹਨਾਂ ਜੋੜ ਮੇਲਿਆਂ ਦਾ ਲਾਹਾ ਲੈਂਦਾ ਹੈ। ਹੋਰ ਮਜ਼ਹਬਾਂ ਦੇ ਵਿੱਚ ਜਿਹੜੇ ਮਨਾਏ ਜਾਣ ਵਾਲੇ ਮੇਲਿਆਂ 'ਚ ਫੈਲੀਆਂ ਕੁਰੀਤੀਆਂ ਦੇ ਬਾਰੇ ਕਲਗੀਧਰ ਸਵਾਮੀ ਜੀ ਨੇ ਦੱਸਿਆ। ਉਹ ਕਥਾ ਵਿਸਥਾਰ ਸਾਹਿਤ ਪਿਛਲਿਆਂ ਪ੍ਰਕਰਣਾਂ ਵਿੱਚ ਆਪ ਜੀ ਨੇ ਸਰਵਣ ਕੀਤੀ ਹੈ। ਕਲਗੀਧਰ ਪੰਥ ਦੇ ਵਾਲੀ ਸਤਿਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਆਪਣਿਆਂ ਸਿੱਖਾਂ ਨੂੰ ਉਪਦੇਸ਼ ਦੇ ਰਹੇ ਨੇ। ਜੋ ਸੋ ਸਾਖੀ ਹੈ, ਸੋ ਸਾਖੀ ਦੀਆਂ ਸਾਖੀਆਂ ਭਾਈ ਸੰਤੋਖ ਸਿੰਘ ਜੀ ਲਿਖ ਰਹੇ ਨੇ। ਸਾਖੀ ਦਾ ਨਾਮ ਹੈ ਚਬੀਣੀ ਤੇ ਪ੍ਰਸ਼ਾਦ। ਇਸੇ ਪ੍ਰਕਾਰ ਨਾਲ ਅਸ਼ੁੱਧ ਬਾਣੀ ਪੜ੍ਹਨ ਵਾਲਿਆਂ ਨੂੰ ਦੰਡ। ਸਿੱਖੀ ਕਿੰਨੇ ਪ੍ਰਕਾਰ ਦੀ ਹੈ, ਇਹ ਪਾਵਨ ਬਚਨ ਮਹਾਰਾਜ ਜੀ ਉਚਾਰਨ ਕਰ ਰਹੇ ਨੇ। ਆਓ ਆਪਾਂ ਸਾਰੇ ਮਹਾਰਾਜ ਜੀ ਦੇ ਚਰਨਾਂ ਨਾਲ ਆਪਣਾ ਧਿਆਨ ਕੇਂਦਰਿਤ ਕਰੀਏ, ਕਲਗੀਧਰ ਜੀ ਦੀ ਪਾਵਨ ਸਿਫਤ ਨਾਲ ਜੁੜੀਏ। ਦਸਵੇਂ ਪਾਤਸ਼ਾਹ ਜੀ ਦੀਆਂ ਸਿਫਤਾਂ ਕਰਦਿਆਂ ਸਾਡੀਆਂ ਕਰੋੜਾਂ ਅਰਬਾਂ ਖਰਬਾਂ ਜ਼ਿੰਦਗੀਆਂ ਬੀਤ ਜਾਣ, ਫਿਰ ਵੀ ਮੇਰੇ ਸਾਹਿਬ ਦੇ ਕੀਤੇ ਹੋਏ ਮਹਾਨ ਪਰਉਪਕਾਰਾਂ ਦਾ ਅਸੀਂ ਦੇਣ ਨਹੀਂ ਦੇ ਸਕਦੇ। ਅੱਜ ਸਾਡੇ ਸਿਰਾਂ 'ਤੇ ਸਰਦਾਰੀਆਂ ਹਨ ਤਾਂ ਇਹ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੀ ਕਿਰਪਾ ਸਦਕਾ ਹੈ, ਸਤਿਗੁਰਾਂ ਦੀ ਦਇਆ ਸਦਕਾ ਹੈ। ਅੱਜ ਅਸੀਂ ਆਜ਼ਾਦੀ ਦਾ ਨਿੱਘ ਮਾਣਦੇ ਹਾਂ ਤਾਂ ਇਹ ਦਸਮੇਸ਼ ਪਾਤਸ਼ਾਹ ਕਲਗੀਧਰ ਜੀ ਦੀ ਬਖਸ਼ਿਸ਼ ਹੈ। ਆਓ ਐਸੇ ਮਹਾਨ ਪਰਉਪਕਾਰੀ ਸਤਿਗੁਰੂ ਵਹਿ ਪ੍ਰਗਟਿਓ ਮਰਦ ਅਗੰਮੜਾ, ਵਰਿਆਮ ਅਕੇਲਾ ਵਾਹੋ ਵਾਹੋ ਗੋਬਿੰਦ ਸਿੰਘ, ਆਪੇ ਗੁਰ ਚੇਲਾ। ਸਤਿਗੁਰਾਂ ਦੇ ਪਵਿੱਤਰ ਚਰਨਾਂ ਵਿੱਚ ਆਪਣਾ ਧਿਆਨ ਜੋੜੋ ਤੇ ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਇੱਕ ਦਿਨ ਬੀਚ ਦੀਵਾਨ ਕੇ, ਗੁਰੂ ਅਗਾਰੀ ਹੋਏ। ਇੱਕ ਦਿਨ ਸਤਿਗੁਰੂ ਜੀ ਦਾ ਦੀਵਾਨ ਲੱਗਾ। ਕਲਗੀਧਰ ਜੀ ਦੇ ਦੀਵਾਨ ਵਿੱਚ ਇੱਕ ਸਿੱਖ ਮਹਾਰਾਜ ਦਸਵੇਂ ਪਾਤਸ਼ਾਹ ਜੀ ਦੇ ਸਨਮੁਖ ਆਇਆ ਹੈ। ਸਤਿਗੁਰੂ ਜੀ ਨੂੰ ਕੋਈ ਬੇਨਤੀ ਕਰਨਾ ਚਾਹੁੰਦਾ ਹੈ। ਰਿਦੇ ਸ਼ਬਦ ਕੀ ਭਾਵਨਾ, ਬੋਲਿਓ ਸਿੱਖ ਅਸ ਕੋਏ। ਇਸ ਸਿੱਖ ਦੇ ਹਿਰਦੇ 'ਚ ਕੀਰਤਨ ਦੀ ਸ਼ਬਦ ਦੀ ਭਾਵਨਾ ਸੀ। ਉਸ ਭਾਵਨਾ ਨੂੰ ਆਪਣੇ ਹਿਰਦੇ 'ਚ ਰੱਖ ਕੇ ਇਹ ਸਿੱਖ ਕਲਗੀਧਰ ਜੀ ਦੇ ਚਰਨਾਂ ਵਿੱਚ ਆ ਕੇ ਬੇਨਤੀ ਕਰਕੇ ਕਹਿਣ ਲੱਗਾ, ਚੌਪਈ ਸਾਚੇ ਪਾਤਸ਼ਾਹ ਗੁਰ ਪੂਰੇ। ਕਹਿਣ ਲੱਗਾ, ਹੇ ਸੱਚੇ ਪਾਤਸ਼ਾਹ, ਹੇ ਦੀਨ ਦੁਨੀਆ ਦੇ ਮਾਲਕ, ਹੇ ਸੰਸਾਰ ਦੇ ਸਮਸਤ ਜੀਵਾਂ ਦੇ ਉਧਾਰ ਕਰਤਾ, ਗਰੀਬ ਨਵਾਜ ਪੂਰੇ ਸਤਿਗੁਰੂ ਜੀ। ਇੱਕ ਮੇਰੀ ਫਰਿਆਦ ਹਜ਼ੂਰੇ। ਮਹਾਰਾਜ ਆਪ ਜੀ ਦੇ ਚਰਨਾਂ ਵਿੱਚ ਮੈਂ ਇੱਕ ਫਰਿਆਦ ਕਰਨ ਵਾਸਤੇ ਹਾਜ਼ਰ ਹੋਇਆ ਹਾਂ।
ਮੇਰੀ ਆਪ ਜੀ ਦੇ ਚਰਨਾਂ ਵਿੱਚ ਇੱਕ ਫਰਿਆਦ ਹੈ, ਬੇਨਤੀ ਹੈ। ਨਿਤ ਉਠ ਬੜੀ ਪ੍ਰਾਤ ਇਸ਼ਨਾਨੋ। ਸਤਿਗੁਰੂ ਜੀ ਤੁਹਾਡੀ ਕਿਰਪਾ ਨਾਲ, ਤੁਹਾਡੀ ਦਇਆ ਨਾਲ ਮੈਂ ਅੰਮ੍ਰਿਤ ਵੇਲੇ ਨਿਤ ਉੱਠ ਕੇ, ਸਤਿਗੁਰੂ ਜੀ ਸਵਾ ਪਹਿਰ ਰਾਤ ਰਹਿੰਦੇ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਪਾਨ ਕਰਦਾ ਹਾਂ। ਪਾਠ ਸੁਖਮਨੀ ਸਦਾ ਬਖਾਨੋ। ਔਰ ਮਹਾਰਾਜ ਜਿੱਥੇ ਆਪ ਜੀ ਦਾ ਦੀਵਾਨ ਸਜਦਾ ਹੈ ਉੱਥੇ ਆ ਕੇ ਬੈਠ ਕੇ ਮੈਂ ਸ੍ਰੀ ਸੁਖਮਣੀ ਸਾਹਿਬ ਜੀ ਦਾ ਪਾਠ ਕਰਦਾ ਹਾਂ। ਸ੍ਰੀ ਸੁਖਮਣੀ ਸਾਹਿਬ ਜੀ ਦੀ ਪਾਵਨ ਅੰਮ੍ਰਿਤਮਈ ਬਾਣੀ ਪੜ੍ਹਦਾ ਹਾਂ। ਕੀਰਤਨ ਸਮੇਂ ਪ੍ਰਥਮ ਪਠ ਲਿਓ। ਤੇ ਮਹਾਰਾਜ ਜੀ ਮੈਂ ਕੀਰਤਨ ਆਰੰਭ ਹੋਣ ਤੋਂ ਪਹਿਲਾਂ ਸੁਖਮਣੀ ਸਾਹਿਬ ਪੜ੍ਹ ਲੈਣਾ। ਜਦੋਂ ਕੀਰਤਨੀਏ ਕੀਰਤਨ ਕਰਨ ਵਾਸਤੇ ਆਉਂਦੇ ਨੇ ਉਹਨਾਂ ਤੋਂ ਪਹਿਲਾਂ, ਕਿਉਂਕਿ ਮੇਰੇ ਮਨ 'ਚ ਕੀਰਤਨ ਸੁਣਨ ਦਾ ਵੀ ਸ਼ੌਂਕ ਹੁੰਦਾ ਹੈ, ਇਸ ਕਰਕੇ ਮਹਾਰਾਜ ਉਹਨਾਂ ਕੀਰਤਨੀਆਂ ਦੇ ਕੀਰਤਨ ਕਰਨ ਤੋਂ ਪਹਿਲਾਂ, ਆਰੰਭ ਕਰਨ ਤੋਂ ਪਹਿਲਾਂ ਮੈਂ ਸ੍ਰੀ ਸੁਖਮਣੀ ਸਾਹਿਬ ਜੀ ਦਾ ਪਾਠ ਪੜ੍ਹ ਲੈਂਦਾ ਹਾਂ। ਪੁਨ ਸੁਨ ਬੇ ਮੈਂ ਨਿਜ ਮਨ ਦੇਉ। ਸੁਖਮਣੀ ਸਾਹਿਬ ਦਾ ਪਾਠ ਕਰਕੇ ਫਿਰ ਜੋ ਕੀਰਤਨੀਏ ਕੀਰਤਨ ਕਰਦੇ ਨੇ ਆਸਾ ਜੀ ਦੀ ਵਾਰ ਦਾ, ਉਹ ਮੈਂ ਪਿਆਰ ਸਹਿਤ ਮਨ ਇਕਾਗਰ ਕਰਕੇ ਉਹਨਾਂ ਦੇ ਕੋਲੋਂ ਕੀਰਤਨ ਸੁਣਦਾ ਹਾਂ। ਅਸ਼ਟਪਦੀ ਇੱਕ ਰਹਿ ਗਈ ਆਜ। ਅੱਜ ਮਹਾਰਾਜ ਜੀ ਮੈਨੂੰ ਕੁਝ ਦੇਰੀ ਹੋ ਗਈ ਸੀ। ਸੁਖਮਣੀ ਸਾਹਿਬ ਦਾ ਪਾਠ ਕਰਦਿਆਂ ਅਖੀਰਲੀ ਅਸ਼ਟਪਦੀ ਰਹਿ ਗਈ ਸੀ। 24ਵੀਂ ਅਸ਼ਟਪਦੀ ਮੈਂ ਹਾਲੇ ਪੜ੍ਹਨੀ ਸੀ, ਉਹ ਪਾਠ ਹਾਲੇ ਮੇਰਾ ਬਾਕੀ ਰਹਿੰਦਾ ਸੀ ਕਰਨ ਵਾਲਾ। ਤਬ ਹੀ ਆਇਓ ਰਾਗ ਸਮਾਜ। ਇੰਨੇ ਨੂੰ ਮਹਾਰਾਜ ਜੀ ਆਪ ਜੀ ਦੇ ਦਰ ਘਰ ਦੇ ਜਿਹੜੇ ਰਾਗੀ ਸਿੰਘ ਨੇ ਉਹ ਆ ਗਏ ਦਰਬਾਰ ਦੇ ਵਿੱਚ ਆਪੋ ਆਪਣੇ ਸਾਜ਼ ਲੈ ਕੇ। ਮੈਂ ਰਾਗੀਨ ਸੰਗ ਬਹੁ ਕਯੋ। ਮੈਂ ਉਹਨਾਂ ਰਾਗੀ ਸਿੰਘਾਂ ਨੂੰ ਬੇਨਤੀ ਕੀਤੀ ਕਿ ਮੈਂ ਪਾਠ ਕਰਦਾ ਹੁੰਨਾ ਤੁਹਾਡੇ ਕੀਰਤਨ ਤੋਂ ਪਹਿਲਾਂ ਇੱਥੇ ਹੀ ਬਹਿ ਕੇ, ਤੇ ਮੈਂ ਸੁਖਮਣੀ ਸਾਹਿਬ ਦਾ ਪਾਠ ਕਰਨਾ ਤੇ ਇੱਕ ਅਸ਼ਟਪਦੀ ਅੱਜ ਰਹਿ ਗਈ ਹੈ, ਤੇ ਤੁਸੀਂ ਥੋੜ੍ਹਾ ਜਿਹਾ ਕੀਰਤਨ ਅਸ਼ਟਪਦੀ ਸਮਾਪਤ ਹੋ ਜੇ ਬਾਅਦ 'ਚ ਸ਼ੁਰੂ ਕਰ ਲੈਣਾ। ਮੈਂ ਉਹਨਾਂ ਰਾਗੀ ਸਿੰਘਾਂ ਨੂੰ ਇਸ ਪ੍ਰਕਾਰ ਨਾਲ ਬੇਨਤੀ ਕੀਤੀ। ਪਾਠ ਕਰਨ ਥੋਰੋ ਅਬ ਰਹਿਓ। ਮੈਂ ਆਖਿਆ ਕਿ ਰਾਗੀ ਸਿੰਘੋ ਹਾਲੇ ਮੇਰਾ ਥੋੜ੍ਹਾ ਜਿਹਾ ਪਾਠ ਸੁਖਮਣੀ ਸਾਹਿਬ ਦਾ ਰਹਿੰਦਾ ਹੈ, ਉਹ ਮੈਨੂੰ ਕਰ ਲੈਣ ਦਿਓ। ਭੋਗ ਸੁਖਮਨੀ ਲੇਵੋਂ ਪਾਏ। ਸੁਖਮਣੀ ਸਾਹਿਬ ਦਾ ਪਾਠ ਜਿਹੜਾ ਇਹ ਕਰਕੇ ਮੈਂ ਇਹਦਾ ਭੋਗ ਪਾ ਲਵਾਂ। ਪਿੱਛੇ ਕੀਰਤਨ ਕਰੋ ਬਨਾਏ। ਤੇ ਬਾਅਦ ਵਿੱਚ ਤੁਸੀਂ ਕੀਰਤਨ ਕਰ ਲਿਓ, ਕਿਉਂਕਿ ਜੇ ਤੁਸੀਂ ਪਹਿਲਾਂ ਕੀਰਤਨ ਸ਼ੁਰੂ ਕਰ ਦਿੱਤਾ ਤੇ ਮੇਰਾ ਪਾਠ ਰਹਿ ਜਾਣਾ, ਤੇ ਜੇ ਮੈਂ ਪਾਠ ਕਰਦਾ ਤੇ ਮੇਰਾ ਕੀਰਤਨ ਰਹਿ ਜਾਣਾ, ਕਿਉਂਕਿ ਮੈਂ ਕੀਰਤਨ ਵੀ ਸਾਰਾ ਸੁਣਨਾ ਹੁੰਦਾ ਹੈ, ਪਾਠ ਵੀ ਸਾਰਾ ਕਰਨਾ ਹੁੰਦਾ ਹੈ। ਵੀ ਜੇ ਮੈਂ ਪਾਠ ਕਰਨ ਲੱਗ ਪਿਆ ਕੀਰਤਨ ਰਹਿ ਜਾਏਗਾ, ਤੇ ਜੇ ਕੀਰਤਨ ਸੁਣਨ ਲੱਗ ਪਿਆ ਤੇ ਪਾਠ ਦੀ ਅਸ਼ਟਪਦੀ ਰਹਿ ਜਾਏਗੀ। ਇਸ ਕਰਕੇ ਮੇਰੀ ਬੇਨਤੀ ਹੈ ਕਿ ਤੁਸੀਂ ਇਹ ਪਾਠ ਦਾ ਮੈਂ ਭੋਗ ਪਾ ਲਵਾਂ, ਫਿਰ ਕੀਰਤਨ ਆਰੰਭ ਕਰ ਲੈਣਾ। ਬਹੁ ਕਹਿ ਰਿਓ ਨਾ ਕੈਸੇ ਮਾਨਿਓ। ਮੈਂ ਉਹਨਾਂ ਨੂੰ ਬਹੁਤ ਬੇਨਤੀ ਕੀਤੀ ਪਰ ਰਾਗੀ ਸਿੰਘਾਂ ਨੇ ਮੇਰੀ ਇੱਕ ਨਹੀਂ ਮੰਨੀ। ਮੈਂ ਬਥੇਰੀਆਂ ਉਹਨਾਂ ਨੂੰ ਮਿੰਨਤਾਂ ਕੀਤੀਆਂ ਵੀ ਠਹਿਰ ਜੋ, ਬਸ ਕਿਹੜਾ ਜ਼ਿਆਦਾ ਸਮਾਂ ਲੱਗਣਾ, ਪਰ ਮਹਾਰਾਜ ਉਹਨਾਂ ਨੇ ਮੇਰੀ ਗੱਲ ਨਹੀਂ ਮੰਨੀ। ਨਹੀਂ ਸੁਖਮਨੀ ਭੋਗ ਬਖਾਨਿਓ। ਮੈਨੂੰ ਸੁਖਮਣੀ ਸਾਹਿਬ ਦੇ ਪਾਠ ਦਾ ਭੋਗ ਉਹਨਾਂ ਨੇ ਨਹੀਂ ਪਾਣ ਦਿੱਤਾ। ਸਾਜ ਬਜਾਏ ਸੁਰਾਗ ਉਚਾਰਾ। ਉਹ ਮੇਰੇ ਪਾਠ ਕਰਦਿਆਂ ਹੀ ਸਾਜ਼ ਵਜਾਉਣ ਲੱਗ ਪਏ। ਸਾਜ਼ ਵਜਾ ਕੇ ਉਹਨਾਂ ਨੇ ਰਾਗ ਪ੍ਰਾਰੰਭ ਕਰ ਦਿੱਤੇ, ਕੀਰਤਨ ਪ੍ਰਾਰੰਭ ਕਰ ਦਿੱਤਾ। ਕਰਿਓ ਕੀਰਤਨ ਸਭਾ ਮਝਾਰਾ। ਸਭਾ ਦੇ ਵਿੱਚ ਉਹਨਾਂ ਨੇ ਕੀਰਤਨ ਪ੍ਰਾਰੰਭ ਕਰ ਦਿੱਤਾ। ਤਬ ਮੈਂ ਕਹਿਓ ਤੁਮੇ ਤਨਖਾਹ। ਮਹਾਰਾਜ ਫਿਰ ਮੈਂ ਉਹਨਾਂ ਰਾਗੀ ਸਿੰਘਾਂ ਨੂੰ ਕਿਹਾ ਸੀ, ਰਾਗੀ ਸਿੰਘੋ ਕੋਈ ਗੱਲ ਨਹੀਂ, ਤੁਸੀਂ ਮੇਰੀ ਗੱਲ ਨਹੀਂ ਮੰਨੀ, ਮੈਂ ਕਲਗੀਧਰ ਜੀ ਨੂੰ ਬੇਨਤੀ ਕਰਕੇ ਤੁਹਾਨੂੰ ਤਨਖਾਹ ਲਵਾਵਾਂਗਾ ਕਿ ਤੁਸੀਂ ਮੈਨੂੰ ਸੁਖਮਣੀ ਸਾਹਿਬ ਦੇ ਪਾਠ ਦਾ ਭੋਗ ਪਾਣ ਨਹੀਂ ਦਿੱਤਾ, ਪਹਿਲਾਂ ਹੀ ਆ ਕੇ ਕੀਰਤਨ ਸ਼ੁਰੂ ਕਰ ਦਿੱਤਾ ਹੈ।
ਮੈਂ ਤੁਹਾਡੀ ਸ਼ਿਕਾਇਤ ਗੁਰੂ ਕਲਗੀਧਰ ਜੀ ਕੋਲ ਕਰਕੇ ਤੁਹਾਨੂੰ ਤਨਖਾਹ ਲਵਾਵਾਂਗਾ। ਲਗਵਾਵੋ ਕੈ ਸ਼੍ਰੀ ਗੁਰ ਪਾਹਾ। ਸਤਿਗੁਰੂ ਜੀ ਨੂੰ ਬੇਨਤੀ ਕਰਕੇ ਤੁਹਾਡੇ ਤੇ ਤਨਖਾਹ ਲਾਗੂ ਹੋਵੇਗੀ। ਸਾਚੇ ਪਾਤਸ਼ਾਹ ਪ੍ਰਭ ਪੂਰੇ। ਏ ਕਲਗੀਧਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪ ਜੀ ਕਿਰਪਾ ਕਰੋ। ਕਰੀਏ ਮੇਰੋ ਨਿਆਉ ਹਦੂਰੇ। ਮੇਰਾ ਨਿਆਓ ਕਰੋ, ਇਨਸਾਫ ਕਰੋ ਕਿ ਮਹਾਰਾਜ ਉਹਨਾਂ ਕੀਰਤਨੀਏ ਸਿੰਘਾਂ ਨੇ, ਰਾਗੀ ਸਿੰਘਾਂ ਨੇ ਵਧੀਕੀ ਕੀਤੀ ਹੈ ਮੇਰੀ ਗੱਲ ਨਾ ਮੰਨ ਕੇ। ਆਪ ਜੀ ਕਿਰਪਾ ਕਰਕੇ ਮਹਾਰਾਜ ਹੁਣ ਮੇਰਾ ਇਨਸਾਫ ਕਰੋ, ਨਿਆਓ ਕਰੋ। ਸ਼੍ਰੀ ਮੁਖ ਤੇ ਮੁਸਕਾਏ ਬਖਾਨਾ। ਸੁਣ ਕੇ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਮੁਸਕਰਾ ਪਏ। ਮੁਸਕਰਾ ਕੇ ਮਹਾਰਾਜ ਜੀ ਬੋਲੇ, ਕਹਿਣ ਲੱਗੇ, ਭਾਈ ਸਿੱਖਾ ਸੁਨੋ ਸੁਜਾਨਾ। ਮਹਾਰਾਜ ਜੀ ਕਹਿੰਦੇ, ਭਾਈ ਸਿੱਖਾ ਸੁਣੋ, ਤੁਸੀਂ ਸੁਜਾਨ ਹੋ, ਸਿਆਣੇ ਹੋ, ਗੁਰਬਾਣੀ ਪੜ੍ਹਨ ਦੇ ਵਿੱਚ ਆਪਣਾ ਪ੍ਰੇਮ ਰੱਖਦੇ ਹੋ। ਨੈ ਜਾਨੋ ਰਾਗੀ ਤਨਖਾਈ। ਰਾਗੀ ਸਿੰਘ ਤਨਖਾਹੀ ਨਹੀਂ ਹਨ, ਉਹਨਾਂ ਨੂੰ ਤਨਖਾਹ ਲਾਣੀ ਨਹੀਂ ਬਣਦੀ। ਜੇ ਇਨਸਾਫ ਦੀ ਗੱਲ ਕਰੀਏ ਤੇ ਰਾਗੀ ਸਿੰਘਾਂ ਨੂੰ ਤਨਖਾਹ ਲਾਣੀ ਨਹੀਂ ਬਣਦੀ। ਗੁਰਬਾਣੀ ਮੈਂ ਗਾਵਨ ਜਾਈ। ਕਿਉਂਕਿ ਉਹ ਤਾਂ ਗੁਰਬਾਣੀ ਗਾ ਰਹੇ ਸੀ। ਜੇ ਕੋਈ ਹੋਰ ਕੰਮ ਕਰਦੇ ਫਿਰ ਤਾਂ ਉਹਨਾਂ ਨੂੰ ਤਨਖਾਹ ਲਾਉਂਦੇ। ਜਿਹੜੇ ਗਾ ਹੀ ਗੁਰਬਾਣੀ ਰਹੇ ਸੀ, ਕੀਰਤਨ ਕਰ ਰਹੇ ਸੀ, ਉਹਨਾਂ ਨੂੰ ਤਨਖਾਹ, ਕੀਰਤਨ ਕਰਨ ਦੀ ਤਨਖਾਹ ਥੋੜੀ ਲਾਉਣੀ ਵੀ ਉਹਨਾਂ ਨੂੰ ਦੰਡ ਦੇਈਏ ਵੀ ਤੁਸੀਂ ਕੀਰਤਨ ਕਿਉਂ ਕੀਤਾ। ਭਲੇ ਮਾਨਸਾ ਦੱਸੋ ਵੀ ਗੁਰਬਾਣੀ ਦੇ ਕੀਰਤਨ ਕਰਨ ਵਾਲਿਆਂ ਨੂੰ ਵੀ ਦੰਡ ਲਾਈਦਾ। ਉਹਨਾਂ ਨੇ ਤਾਂ ਕੀਰਤਨ ਹੀ ਕੀਤਾ ਸੀ ਨਾ, ਤੇ ਕੀਰਤਨ ਕਰਨ ਵਾਲਿਆਂ ਨੂੰ ਅਸੀਂ ਕਿਵੇਂ ਤਨਖਾਹ ਲਾਈਏ। ਹਰ ਜਸ ਸੁਨ ਤੇ ਬਾਤ ਚਲਾਵੇ। ਤਨਖਾਹੀਆ ਤਾਂ ਉਹ ਹੁੰਦਾ ਸਿੱਖਾ ਜਿਹੜਾ ਹਰੀ ਜਸ ਹੁੰਦਿਆਂ ਵਿੱਚ ਆਪਣੀਆਂ ਗੱਲਾਂ ਦਾ ਝੇੜਾ ਛੇੜ ਲੈਂਦਾ। ਉਹਨਾਂ ਨੂੰ ਬਾਰ-ਬਾਰ ਟੋਕਣ ਦੀ ਬਜਾਏ ਤੂੰ ਗੁਪਤ ਰਹਿ ਕੇ ਆਪਣੀ ਅਸ਼ਟਪਦੀ ਪੜ੍ਹ ਲੈਂਦਾ। ਤਨਖਾਹੀਆ ਤੇ ਤੂੰ ਬਣਦਾ, ਤਨਖਾਹ ਤਾਂ ਤੇਰੇ ਤੇ ਬਣਦੀ ਹੈ। ਵੀ ਜਿਹੜਾ ਉਹਨਾਂ ਨੂੰ ਕਹਿੰਦਾ ਰਿਹਾ ਵੀ ਠਹਿਰ ਜੋ ਠਹਿਰ ਜੋ, ਉਹਦੇ ਨਾਲੋਂ ਚੰਗਾ ਸੀ ਗੁਪਤ ਹੋ ਕੇ ਬਹਿ ਕੇ ਤੂੰ ਆਪਣੀ ਸੁਖਮਣੀ ਸਾਹਿਬ ਦੀ ਅਸ਼ਟਪਦੀ ਪੂਰੀ ਕਰ ਲੈਂਦਾ। ਉਹਨਾਂ ਦੇ ਕੀਰਤਨ ਵਿੱਚ ਵੀ ਤੂੰ ਖਲਲ ਪਾਇਆ। ਉਲਟਾ ਮੁੜ ਕੇ ਸ਼ਿਕਾਇਤ ਵੀ ਰਾਗੀ ਸਿੰਘਾਂ ਦੀ ਕਰਨ ਆਇਆ। ਤੇ ਨਾਲੇ ਸਿੱਖਾ ਜਿਹੜਾ ਹਰੀ ਦਾ ਜਸ ਕਰਦਿਆਂ ਵਿੱਚ ਕੋਈ ਬਾਤ ਚਲਾਉਂਦਾ, ਆਪਣੀ ਕੋਈ ਆਪਣੀਆਂ ਗੱਲਾਂ ਬਾਤਾਂ ਕਰਦਾ ਹੈ, ਉਹ ਤਨਖਾਈ ਵੱਡਾ ਕਹਾਵੇ। ਸਭ ਤੋਂ ਵੱਡਾ ਤਨਖਾਹੀਆ ਉਹ ਹੈ, ਉਹਨੂੰ ਦੰਡ ਮਿਲਣਾ ਚਾਹੀਦਾ, ਤਨਖਾਹ ਉਹਨੂੰ ਲੱਗਣੀ ਚਾਹੀਦੀ ਹੈ ਜਿਹੜਾ ਹਰੀ ਜਸ ਚੱਲਦਿਆਂ ਵਿੱਚ ਗੱਲਾਂ ਕਰਦਾ। ਹਰੀ ਜਸ ਕਰ ਐਸਾ ਵੀ ਰਹਿਤਨਾਮਿਆਂ ਵਿੱਚ ਆਉਂਦਾ, ਹਰ ਜਸ ਚਲਤਿਆਂ ਜੋ ਬਾਤ ਚਲਾਵੇ, ਕਹੈ ਗੋਬਿੰਦ ਸਿੰਘ ਜੰਮਪੁਰ ਜਾਵੇ। ਐਸੇ ਵੀ ਬਚਨ ਆਉਂਦੇ ਆ ਰਹਿਤਨਾਮਿਆਂ 'ਚ। ਇੱਥੇ ਭਾਈ ਸਾਹਿਬ ਕਹਿ ਰਹੇ ਨੇ ਕਿ ਹਰ ਜਸ ਸੁਨ ਤੇ ਬਾਤ ਚਲਾਵੇ, ਵੱਡ ਤਨਖਾਹੀ ਵੱਡਾ ਕਹਾਵੇ। ਉਹ ਵੱਡਾ ਤਨਖਾਹੀਆ ਹੈ, ਉਹਦੇ ਤੇ ਵੱਡਾ ਦੰਡ ਲੱਗਣਾ ਚਾਹੀਦਾ। ਜਿਹੜਾ ਹਰੀ ਜਸ ਕਰਦਿਆਂ ਜਾਂ ਕਥਾ ਹੋ ਰਹੀ ਹੈ, ਕੀਰਤਨ ਹੋ ਰਿਹਾ ਤੇ ਵਿੱਚ ਕੋਈ ਆਪਣੀਆਂ ਗੱਲਾਂ ਕਰਨ ਲੱਗ ਪਵੇ। ਜੇ ਹੋਰ ਨਾਲ ਦੇ ਨਾਲ ਨਾ ਕਰਨਗੇ, ਕੰਨ ਨੂੰ ਮੋਬਾਈਲ ਜਿਹਾ ਕੱਢ ਕੇ ਲਾ ਕੇ ਘੰਟੀ ਵੱਜਦੀ ਆ ਉਦੋਂ ਗੱਲਾਂ ਕਰਨ ਲੱਗ ਪੈਂਦੇ ਆ। ਇਹ ਨਹੀਂ ਵੇਖਦੇ ਕਥਾ ਹੋ ਰਹੀ ਹੈ, ਕੀਰਤਨ ਹੋ ਰਿਹਾ, ਮਹਾਰਾਜ ਜੀ ਦਾ ਦਰਬਾਰ ਸਜਿਆ ਹੋਇਆ, ਦੀਨ ਦੁਨੀਆ ਦੇ ਪਾਤਸ਼ਾਹ ਦੀ ਹਜ਼ੂਰੀ 'ਚ ਬੈਠੇ ਹਾਂ। ਉਸ ਵੇਲੇ ਲਾਜ ਨਹੀਂ ਆਉਂਦੀ, ਇਸ਼ਾਰਾ ਕਰ ਕਰਕੇ ਰੋਕਣਾ ਪੈਂਦਾ। ਫਿਰ ਵੀ ਗੱਲ ਕਰਦਿਆਂ ਕਰਦਿਆਂ ਕਰ ਹੀ ਜਾਂਦੇ ਆ। ਮੈਂ ਗੁਰਦੁਆਰੇ ਬੈਠਾ ਕਥਾ ਸੁਣਦਾ ਹਾਂ, ਨਿਕਲ ਕੇ ਬਾਹਰ ਆਉਣਾ, ਬਾਹਰ ਆ ਕੇ ਫਲਾਣੀ ਥਾਂ ਤੇ ਖੜ ਕੇ ਤੇਰੇ ਨਾਲ ਗੱਲ ਕਰਾਂਗਾ। ਵੀ ਇੰਨਾ ਕੁਝ ਕਹਿਣ ਦੀ ਬਜਾਏ ਵੀ ਅਮਕੇ ਨੂੰ, ਨਾਲੇ ਤਾਂ ਤੂੰ ਭੰਡੀ ਪ੍ਰਚਾਰ ਕਰਦਾ ਵੀ ਮੈਂ ਗੁਰਦੁਆਰੇ ਹਾਂ, ਮੈਂ ਕਥਾ ਸੁਣਦਾ, ਮੈਂ ਕੀਰਤਨ ਸੁਣਦਾ। ਇਹ ਤੇ ਫਿਰ ਆਪਣੇ ਮੂੰਹ ਮੀਆਂ ਮਿੱਠੂ ਵੀ ਬਣ ਗਿਆ, ਸੋਭਾ ਵੀ ਵੇਖੋ ਜੀ ਮੈਂ ਗੁਰਦੁਆਰੇ ਹਾਂ, ਪਰ ਨਾਲ ਆ ਲਾਹਨਤ ਨਹੀਂ ਖੱਟੀ ਵੀ ਮੈਂ ਗੁਰਦੁਆਰੇ ਬਹਿ ਕੇ ਮੋਬਾਈਲ ਤੇ ਗੱਲ ਪਿਆ ਕਰਦਾ ਹਾਂ ਦਰਬਾਰ ਵਿੱਚ, ਕਥਾ ਹੁੰਦਿਆਂ ਕੀਰਤਨ ਹੁੰਦਿਆਂ। ਸੋ ਗੁਰੂ ਖਾਲਸਾ ਜੀ, ਹਰੀ ਜਸ ਹੁੰਦਿਆਂ, ਹਰੀ ਦਾ ਕੀਰਤਨ ਹੁੰਦਿਆਂ ਜਦੋਂ ਕੋਈ ਵਿੱਚ ਆਪਣੀਆਂ ਬਾਤਾਂ ਕਰਦਾ ਦੁਨਿਆਵੀ ਸੰਸਾਰੀ, ਤਾਂ ਮਹਾਰਾਜ ਜੀ ਕਹਿੰਦੇ ਭਾਈ ਉਹ ਵੱਡਾ ਤਨਖਾਹੀਆ ਹੈ। ਤੂੰ ਸੰਗਤ ਕੋ ਦੇਤ ਚਬੀਣੀ। ਤੂੰ ਸੰਗਤ ਨੂੰ ਚਬੀਣੀ ਦੇ ਰਿਹਾ ਸੀ, ਥੋੜੇ ਥੋੜੇ ਦਾਣੇ ਚੱਬਣ ਨੂੰ ਦੇ ਰਿਹਾ ਸੀ। ਸੁਖਮਣੀ ਸਾਹਿਬ ਦਾ ਪਾਠ ਕਰਦਾ ਸੀ, ਚਬੀਣੀ ਦੇ ਰਿਹਾ ਸੀ। ਚਬੀਣੀ ਦਾ ਮਤਲਬ ਹੁੰਦਾ ਵੀ ਚੱਬ ਕੇ ਖਾਣ ਵਾਲੇ, ਜਿਵੇਂ ਦਾਣੇ ਹੁੰਦੇ ਆ ਭੁੱਜੇ,
ਜਿਵੇਂ ਛੋਲਿਆਂ ਦੇ ਦਾਣੇ ਹੋਣ, ਮਕਈ ਦੇ ਦਾਣੇ ਹੋਣ ਜਿਹੜੇ ਭੁੱਜੇ ਹੋਏ। ਕਹਿੰਦੇ ਤੂੰ ਚਬੀਣੀ ਦੇ ਰਿਹਾ ਸੀ ਖਾਣ ਨੂੰ, ਜਿਸ ਤੇ ਤ੍ਰਿਪਤ ਹੋਤ ਐ ਚੀਣੀ। ਉਹਦੇ ਨਾਲ ਬਹੁਤ ਵਿਰਲੇ ਲੋਕ ਤ੍ਰਿਪਤ ਹੁੰਦੇ ਹਨ। ਰਾਗੀ ਆਨ ਪ੍ਰਸਾਦ ਛਕਾਇਓ। ਤੇ ਰਾਗੀ ਸਿੰਘਾਂ ਨੇ ਤੇ ਆ ਕੇ ਕੀਰਤਨ ਸ਼ੁਰੂ ਕਰਕੇ ਕੜਾਹ ਪ੍ਰਸ਼ਾਦ ਦੀਆਂ ਦੇਗਾਂ ਦੇ ਖੁੱਲੇ ਗੱਫੇ ਵਰਤਾ ਦਿੱਤੇ। ਉਹਦਾ ਪਰਉਪਕਾਰ ਕੀਤਾ ਉਹਨਾਂ ਨੇ। ਤੂੰ ਕੱਲੀ ਚਬੀਣੀ ਦਿੰਦਾ ਸੀ, ਸੁਖਮਣੀ ਸਾਹਿਬ ਦਾ ਪਾਠ ਤੂੰ ਸੁਣਦਾ ਸੀ, ਨਾਲ 5-7 ਹੋਰ ਸੁਣ ਲੈਣਗੇ ਤੇਰੇ ਨੇੜੇ, ਦੂਰ ਤੱਕ ਤਾਂ ਨਹੀਂ ਸੀ ਆਵਾਜ਼ ਜਾਂਦੀ। ਕੀਰਤਨੀਏ ਕੀਰਤਨ ਕਰਨਗੇ, ਉਹਨਾਂ ਦੀ ਦੂਰ ਤੱਕ ਆਵਾਜ਼ ਜਾਂਦੀ। ਉਹਨਾਂ ਨੇ ਆ ਕੇ ਕੜਾਹ ਪ੍ਰਸ਼ਾਦ ਦੇ ਖੁੱਲੇ ਛਾਂਦੇ ਵਰਤਾਣੇ ਸ਼ੁਰੂ ਕਰ ਦਿੱਤੇ। ਕੀਰਤਨ ਦੇ ਰੂਪ ਵਿੱਚ ਪ੍ਰਸ਼ਾਦ ਦੇ ਖੁੱਲੇ ਗੱਫੇ ਵਰਤਾਣੇ ਪ੍ਰਾਰੰਭ ਕਰ ਦਿੱਤੇ। ਵੱਡ ਭਾਗਨ ਕੋ ਬੋ ਤ੍ਰਿਪਤਾਇਓ। ਵੱਡਿਆਂ ਭਾਗਾਂ ਵਾਲਿਆਂ ਨੂੰ ਨਾ ਰਾਗੀ ਸਿੰਘਾਂ ਨੇ ਰਜਾਇਆ। ਉਹਨਾਂ ਨੇ ਕੀਰਤਨ ਦੁਆਰਾ ਉਹ ਪ੍ਰਸ਼ਾਦ ਛਕਾ ਕੇ ਤ੍ਰਿਪਤ ਕੀਤਾ ਵਡਭਾਗਿਆਂ ਨੂੰ। ਇਨ ਪਰ ਗੁਰ ਕੀ ਖੁਸ਼ੀ ਉਦਾਰਾ। ਇਹਦੇ ਨਾਲ ਤਾਂ ਉਹਨਾਂ ਰਾਗੀ ਸਿੰਘਾਂ ਤੇ ਗੁਰੂ ਦੀਆਂ ਖੁਸ਼ੀਆਂ ਹੋਣੀਆਂ ਚਾਹੀਦੀਆਂ। ਤੂੰ ਕਹਿਣਾ ਮੈਂ ਤਨਖਾਹ ਲਾਵਾਂ ਉਹਨਾਂ ਨੂੰ, ਤੂੰ ਕਹਿਣਾ ਅਸੀਂ ਤਨਖਾਹ ਲਾਈਏ। ਉਹਨਾਂ ਤੇ ਤਾਂ ਖੁਸ਼ੀਆਂ ਹੋਣੀਆਂ ਚਾਹੀਦੀਆਂ ਜਿਨ੍ਹਾਂ ਨੇ ਆ ਕੇ ਕੜਾਹ ਪ੍ਰਸ਼ਾਦ ਦੇ ਛਾਂਦੇ ਵਰਤਾ ਦਿੱਤੇ। ਵੱਡੇ ਭਾਗਾਂ ਵਾਲਿਆਂ ਨੂੰ ਰਸ ਭਿੰਨੜੀ ਆਸਾ ਜੀ ਦੀ ਵਾਰ ਦੀ ਬਾਣੀ ਦਾ ਕੀਰਤਨ ਸੁਣਾਇਆ, ਸਤਿਗੁਰਾਂ ਦੇ ਸ਼ਬਦ ਦਾ ਕੀਰਤਨ ਸੁਣਾਇਆ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਾਈ ਜੇ ਤੂੰ ਬਾਣੀ ਪੜ੍ਹਨੀ ਸੀ ਇਕਾਂਤ ਵਿੱਚ ਬਹਿ ਕੇ ਪੜ੍ਹ ਕੇ ਰਸ ਲੈ ਲੈਂਦਾ, ਜੇ ਕੀਰਤਨ ਦਾ ਰਸ ਲੈਣਾ ਤਾਂ ਕੀਰਤਨ ਦਾ ਲੈ ਲੈਂਦਾ। ਇਹਦੇ ਵਿੱਚ ਖਾਲਸਾ ਜੀ ਉਪਦੇਸ਼ ਹੈ ਅੱਜ ਦੇ ਵੀ ਸਾਡੇ ਬਹੁਤ ਸਾਰੇ ਗੁਰਮੁਖਾਂ ਪਿਆਰਿਆਂ ਨੂੰ। ਕੀਰਤਨ ਹੁੰਦਿਆਂ, ਕਥਾ ਹੁੰਦਿਆਂ ਕਈ ਗੁਰਮੁਖ ਪਿਆਰੇ ਪੋਥੀ ਲੈ ਕੇ, ਗੁਟਕਾ ਸਾਹਿਬ ਲੈ ਕੇ ਨਾਲ ਪਾਠ ਕਰਨ ਲੱਗ ਪੈਂਦੇ। ਉਧਰ ਕੀਰਤਨ ਦੀਆਂ ਪੰਕਤੀਆਂ ਕੰਨਾਂ 'ਚ ਪੈ ਰਹੀਆਂ, ਕਥਾ ਦੀਆਂ ਨਾਲ ਪੋਥੀ ਫੜੀ ਹੁੰਦੀ ਹੈ। ਇਸ ਕਰਕੇ ਭਾਈ ਉਹ ਨਾ ਤਾਂ ਕੀਰਤਨ ਵਿੱਚ ਧਿਆਨ ਜੁੜਿਆ, ਨਾ ਕਥਾ ਵਿੱਚ ਧਿਆਨ ਜੁੜਿਆ, ਨਾ ਜੋ ਪੋਥੀ ਦੇ ਵਿੱਚ ਗੁਰਬਾਣੀ ਪੜ੍ਹ ਰਿਹਾ ਨਾ ਉਹਦੇ 'ਚ ਧਿਆਨ ਜੁੜਿਆ। ਦੋਹਾਂ ਪਾਸੇ ਹੁਣ ਦੋਹਾਂ ਘਰਾਂ ਦਾ ਪ੍ਰਾਹੁਣਾ ਭੁੱਖਾ ਹੀ ਰਹਿ ਜਾਂਦਾ। ਕਈ ਵਾਰੀ ਇੱਕੋ ਪਿੰਡ 'ਚ ਭੂਆ ਵੀ ਹੋਵੇ ਤੇ ਮਾਸੀ ਵੀ ਹੋਵੇ। ਭੂਆ ਕੋਲ ਜਾਵੇ, ਉਹ ਸੋਚਦੀ ਆ ਮਾਸੀ ਦੇ ਘਰੋਂ 2 ਰੋਟੀਆਂ ਖਾ ਆਇਆ ਹੋਣਾ। ਮਾਸੀ ਕੋਲ ਜਾਵੇ ਤੇ ਉਹ ਸੋਚਦੀ ਆ ਵੀ ਭੂਆ ਦੇ ਘਰੋਂ ਖਾ ਕੇ ਆਇਆ ਹੋਣਾ। ਇਸ ਕਰਕੇ 2 ਘਰਾਂ ਦੇ ਪ੍ਰਾਹੁਣੇ ਹਮੇਸ਼ਾ ਭੁੱਖੇ ਰਹਿ ਜਾਂਦੇ ਆ। ਤੇ ਨਾ ਤਾਂ ਉਧਰ ਗੁਰਬਾਣੀ ਪੜ੍ਹਨ ਵਿੱਚ ਸੁਰਤ ਇਕਾਗਰ ਹੋ ਸਕੀ, ਨਾ ਕੀਰਤਨ ਕਥਾ ਦੇ ਵਿੱਚ। ਇਸ ਕਰਕੇ ਜਦੋਂ ਗੁਰਬਾਣੀ ਪੜ੍ਹਨੀ ਹੈ ਇਕਾਂਤ ਵਿੱਚ ਬੈਠ ਕੇ, ਜਦੋਂ ਕੀਰਤਨ ਹੋ ਰਿਹਾ ਉਦੋਂ ਕੀਰਤਨ ਸੁਣੋ। ਮੰਨ ਲਓ ਕੀਰਤਨ ਨਹੀਂ ਹੋ ਰਿਹਾ, ਬਹੁਤ ਸਾਰੇ ਗੁਰੂ ਘਰਾਂ ਵਿੱਚ ਸਾਰਾ ਦਿਨ ਕੀਰਤਨ ਨਹੀਂ ਹੁੰਦਾ, ਉੱਥੇ ਬੈਠ ਕੇ ਪਿਆਰ ਸਹਿਤ ਗੁਰਬਾਣੀ ਪੜ੍ਹ ਸਕਦੇ ਹੋ। ਘਰ ਬਹਿ ਕੇ ਆਸਣ ਦੇ ਉੱਤੇ ਆਪਣੇ ਪਰਿਵਾਰ ਦੇ ਵਿੱਚ ਬਹਿ ਕੇ ਇਕਾਂਤ ਵਿੱਚ ਆਪਣੇ ਆਸਣ 'ਤੇ ਬਹਿ ਕੇ ਗੁਰਬਾਣੀ ਪੜ੍ਹ ਸਕਦੇ ਹੋ। ਐਸਾ ਨਹੀਂ ਗੁਰਦੁਆਰੇ ਨਹੀਂ ਪੜ੍ਹ ਸਕਦੇ, ਗੁਰੂ ਘਰ ਵੀ ਪੜ੍ਹ ਸਕਦੇ ਹੋ। ਪਰ ਜਿੱਥੇ ਕਥਾ ਹੋ ਰਹੀ ਹੈ, ਕੀਰਤਨ ਹੋ ਰਿਹਾ, ਉਸ ਪਾਸਿਓਂ ਥੋੜ੍ਹਾ ਜਿਹਾ ਪਾਸੇ ਹੋ ਕੇ ਇਕਾਂਤ ਵਿੱਚ ਬੈਠ ਕੇ ਗੁਰਬਾਣੀ ਨੂੰ ਮਨ ਲਾ ਕੇ ਰਸ ਲੈ ਕੇ ਪੜ੍ਹਨਾ ਚਾਹੀਦਾ ਹੈ। ਇਸ ਕਰਕੇ ਭਾਈ ਇਹ ਗੱਲਾਂ ਸਾਡੇ ਧਿਆਨ ਵਿੱਚ ਰਹਿਣੀਆਂ ਚਾਹੀਦੀਆਂ। ਗੁਰੂ ਕੇ ਇਤਿਹਾਸ ਵਿੱਚੋਂ ਸਾਨੂੰ ਇਹ ਪ੍ਰੇਰਨਾ ਮਿਲਦੀ ਹੈ। ਉਹ ਸਿੱਖ ਵੀ ਸੁਖਮਣੀ ਸਾਹਿਬ ਦਾ ਪਾਠ ਕਰਦਾ ਸੀ। ਉਹਨੇ ਆਖਿਆ ਕੀਰਤਨੀਏ ਬਾਅਦ 'ਚ ਕੀਰਤਨ ਕਰਨ, ਮੈਂ ਪਹਿਲਾਂ ਆਪ ਬਾਣੀ ਪੜ੍ਹ ਲਵਾਂ। ਮਹਾਰਾਜ ਜੀ ਕਹਿੰਦੇ ਇੱਦਾਂ ਥੋੜ੍ਹੀ ਹੈ ਵੀ ਤੂੰ ਤਾਂ ਚਬੀਣੀ ਵੰਡਦਾ ਸੀ, ਉਹਨਾਂ ਨੇ ਪ੍ਰਸ਼ਾਦ ਵੰਡ ਦਿੱਤਾ ਆ ਕੇ ਕੜਾਹ ਪ੍ਰਸ਼ਾਦ ਦਾ। ਫਿਰ ਜਿਹਨਾਂ ਪ੍ਰਸ਼ਾਦ ਵੰਡਿਆ ਤੂੰ ਉਹਨਾਂ 'ਤੇ ਤਨਖਾਹ ਲਾਉਣ ਨੂੰ ਕਹਿਣਾ, ਇੱਦਾਂ ਕਿਵੇਂ ਹੋ ਸਕਦਾ? ਤਨਖਾਹੀਆ ਤਾਂ ਉਹ ਹੁੰਦਾ ਵੀ ਹਰੀ ਜਸ ਕਰਦਿਆਂ ਜਾਂ ਸੁਣਦਿਆਂ ਜੇ ਕੋਈ ਦੁਨਿਆਵੀ ਬਚਨ ਕਰਦਾ ਸੁਣਦਾ ਹੈ ਤਾਂ ਭਾਈ ਉਹਨੂੰ ਵੱਡਾ ਤਨਖਾਹੀਆ ਕਿਹਾ ਜਾਂਦਾ ਹੈ। ਸਿੱਖਾ ਐਸਾ ਨਹੀਂ ਹੈ। ਗੁਰਬਾਣੀ ਪੜ੍ਹਨੀ ਹੈ, ਥੋੜ੍ਹਾ ਜਿਹਾ ਕੀਰਤਨ ਤੋਂ ਝੱਟ ਪਹਿਲਾਂ ਆ ਕੇ ਤੂੰ ਗੁਰਬਾਣੀ ਪੜ੍ਹ ਸਕਦਾ ਹੈ। ਜਦੋਂ ਕੀਰਤਨ ਦੇ ਸਮੇਂ ਦੀ ਡਿਊਟੀ ਹੈ, ਜਿਸ ਸਮੇਂ ਕੀਰਤਨ ਗੁਰੂ ਦਰਬਾਰ ਦੀ ਇੱਕ ਮਰਿਆਦਾ ਹੁੰਦੀ ਹੈ, ਉਸ ਮਰਿਆਦਾ ਦੇ ਤਹਿਤ ਜਿਹੜੀਆਂ ਸ਼ਬਦ ਚੌਂਕੀਆਂ ਨੇ, ਹੁਣ ਵੀ ਸਮੇਂ ਦੀ ਪੂਰੀ ਪਾਬੰਦੀ ਹੁੰਦੀ ਹੈ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਲੈ ਕੇ ਜਿਤਨੇ ਅਸਥਾਨ ਨੇ ਇਤਿਹਾਸਕ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਦਾਰਿਆਂ ਵਿੱਚ ਚੱਲਣ ਵਾਲੇ, ਉਹਨਾਂ ਦੇ ਦਰਬਾਰਾਂ ਦੀ ਜਿਹੜੀ ਮਰਿਆਦਾ ਹੈ ਉਹ ਮੁਕਰਰ ਕੀਤੀ ਹੋਈ ਵੀ ਇੰਨੇ ਸਮੇਂ 'ਤੇ ਇੰਨੇ ਵੱਜ ਕੇ ਇੰਨੇ ਮਿੰਟ ਤੋਂ ਕੀਰਤਨ ਹੋਣਾ, ਇੰਨੇ ਵੱਜ ਕੇ ਇੰਨੇ ਮਿੰਟ ਤੱਕ ਕਥਾ ਹੋਣੀ ਹੈ। ਹੁਣ ਜੇ ਕਥਾ ਵਾਲਾ ਕਹੇ ਵੀ ਮੈਂ ਕੀਰਤਨ ਵਾਲੇ ਦਾ ਸਮਾਂ ਲਾ ਲਵਾਂ ਅਤੇ ਕੀਰਤਨ ਵਾਲਾ ਕਹੇ ਵੀ ਅੱਜ ਕੀਰਤਨ ਰਹਿਣ ਦਿੰਦੇ ਹਾਂ, ਕਥਾ ਕਰ ਲੈਂਦੇ ਹਾਂ, ਤੋ ਇਸ ਪ੍ਰਕਾਰ ਨਾਲ ਐਸਾ ਨਹੀਂ। ਮਰਿਆਦਾ ਹੈ, ਇੱਕ ਪ੍ਰਕਾਰ ਦਾ ਡਿਸਿਪਲਨ ਹੈ।
ਮਹਾਰਾਜ ਜੀ ਦੇ ਦਰਬਾਰ ਦਾ। ਜਿਹੜੀ ਤਰਪਹਿਰੇ ਦੀ ਚੌਂਕੀ ਆ ਉਹ ਤਰਪਹਿਰੇ ਨੂੰ ਹੀ ਲੱਗਣੀ ਹੈ। ਤੇ ਜੇ ਕੋਈ ਕਹੇ ਵੀ ਤਰਪਹਿਰੇ ਦੀ ਚੌਂਕੀ ਚਰਨ ਕਮਲ ਦੀ ਚੌਂਕੀ ਵੇਲੇ ਪੜ੍ਹ ਲਵਾਂਗੇ ਤੇ ਚਰਨ ਕਮਲ ਦੀ ਚੌਂਕੀ ਤਰਪਹਿਰੇ ਨੂੰ ਪੜ੍ਹ ਲਵਾਂਗੇ, ਬਿਲਾਵਲ ਦੇ ਟਾਈਮ ਸੋਦਰ ਪੜ੍ਹ ਲਈਏ, ਸੋਦਰ ਦੇ ਟਾਈਮ ਬਿਲਾਵਲ ਪੜ੍ਹ ਲਈਏ, ਐਸਾ ਤਾਂ ਨਹੀਂ ਹੁੰਦਾ। ਜਿਸ ਜਿਸ ਚੀਜ਼ ਦੀ, ਜਿਸ ਸ਼ਬਦ ਚੌਂਕੀ ਦੀ ਜਿਸ ਵੇਲੇ ਦੀ ਮਰਿਆਦਾ ਹੈ, ਉਹ ਸ਼ਬਦ ਚੌਂਕੀ ਉਸੇ ਵੇਲੇ ਗਾਈ ਜਾਂਦੀ ਹੈ। ਜੇ ਕੀਰਤਨ ਦਾ ਵੇਲਾ ਸੀ ਤੇ ਉਹਨੇ ਹੁਣ ਕੀਰਤਨ ਦੀ ਡਿਊਟੀ ਉਹਨੇ ਆਪਣੇ ਐਨ ਸਮੇਂ ਸਿਰ ਆ ਕੇ ਕੀਰਤਨ ਸ਼ੁਰੂ ਕਰਨਾ ਸੀ। ਜੇ ਨਿਤਨੇਮ ਦਾ ਸਮਾਂ ਤਾਂ ਨਿਤਨੇਮ, ਜਿੰਨਾ ਸਮਾਂ ਨਿਤਨੇਮ ਦਾ ਨਿਰਧਾਰਤ ਕੀਤਾ ਗਿਆ ਉਹਦੇ ਵਿੱਚ ਨਿਤਨੇਮ ਹੋਵੇ। ਆਸਾ ਜੀ ਦੀ ਵਾਰ ਦੇ ਕੀਰਤਨ ਦੀ ਪ੍ਰਾਰੰਭਤਾ ਹੋਣੀ ਆ ਜਿਹੜੇ ਸਮੇਂ, ਉਸੇ ਨਿਰਧਾਰਤ ਸਮੇਂ ਤੇ ਕੀਰਤਨ ਪ੍ਰਾਰੰਭ ਹੋਵੇ। ਉਹ ਅੱਜ ਕੱਲ੍ਹ ਤਾਂ ਘੜੀਆਂ ਨੇ, ਪੁਰਾਣੇ ਵੇਲਿਆਂ ਦੇ ਵਿੱਚ ਸਿੰਘਾਂ ਨੇ ਪੈਰ ਜਿਹੜੇ ਬਣਾਏ ਹੁੰਦੇ ਸੀ ਨਾ ਤਾਰਿਆਂ ਨੂੰ, ਉਹਨਾਂ ਨੂੰ ਐਨ ਪੂਰਾ ਵੇਖ ਕੇ ਐਗਜ਼ੈਕਟ ਸਮਾਂ ਜਿਹੜਾ ਪੂਰਾ, ਸ਼ਾਇਦ ਅੱਜ ਕੱਲ੍ਹ ਦੀਆਂ ਘੜੀਆਂ ਵੀ ਫੇਲ ਹੋ ਜਾਣ ਪਰ ਉਹ ਗੁਰਮੁਖ ਪਿਆਰੇ ਫੇਲ ਨਹੀਂ ਸਨ ਹੁੰਦੇ। ਉਹਨਾਂ ਨੂੰ ਐਨ ਸਮੇਂ ਦਾ ਪੂਰਾ ਗਿਆਨ ਵੀ ਇਸ ਵੇਲੇ ਤਾਰਾ ਕਿੱਥੇ ਚੜ੍ਹਿਆ ਹੋਇਆ, ਕਿਹੜਾ ਟਾਈਮ ਹੈ ਇਸ ਵੇਲੇ, ਕਿੰਨੇ ਪਹਿਰ ਬੀਤੇ ਨੇ, ਕਿੰਨੀਆਂ ਘੜੀਆਂ ਬੀਤੀਆਂ ਨੇ, ਕਿੰਨੀਆਂ ਘੜੀਆਂ ਰਹਿੰਦੀਆਂ ਨੇ। ਇੱਦਾਂ ਸਮੇਂ ਨੂੰ ਨਿਰਧਾਰਤ ਕਰਕੇ ਸਾਡਿਆਂ ਬਜ਼ੁਰਗਾਂ ਨੇ ਗੁਰੂ ਘਰ ਦੇ ਵਿੱਚ ਸ਼ਬਦ ਚੌਂਕੀਆਂ ਦੀ ਮਰਿਆਦਾ, 11 ਸ਼ਬਦ ਚੌਂਕੀਆਂ ਜਿਹੜੀਆਂ ਸਨ ਉਹ ਪੁਰਾਤਨ ਸਮਿਆਂ ਵਿੱਚ ਗੁਰੂ ਘਰਾਂ ਗਾਈਆਂ ਜਾਂਦੀਆਂ। ਹੁਣ 5 ਸ਼ਬਦ ਚੌਂਕੀਆਂ ਆਮ ਕਰਕੇ ਪ੍ਰਚਲਿਤ ਹਨ। ਮਹਾਰਾਜ ਜੀ ਨੇ ਆਖਿਆ ਵੀ ਕੀਰਤਨੀਏ ਤਾਂ ਆਪਣੇ ਸਮੇਂ ਲੇਟ ਤਾਂ ਤੂੰ ਹੋਇਆ, ਮੁੜ ਕੇ ਕੀਰਤਨੀਆਂ ਨੂੰ ਕਹਿੰਦਾ ਵੀ ਤੁਸੀਂ ਕੀਰਤਨ ਠਹਿਰ ਕੇ ਸ਼ੁਰੂ ਕਰ ਲਿਓ, ਐਸਾ ਨਹੀਂ ਹੈ। ਫਿਰ ਉਹਨਾਂ ਨੇ ਕੀਰਤਨ ਕੀਤਾ ਤੇ ਕੀਰਤਨ ਕਰਨ ਵਾਲਿਆਂ ਨੂੰ ਦੰਡ ਕਾਹਦਾ ਲਾਈਏ? ਜਦੋਂ ਗੁਰਬਾਣੀ ਦਾ ਕੀਰਤਨ ਕਰ ਰਹੇ ਨੇ ਫਿਰ ਉਹਨਾਂ ਨੂੰ ਤਨਖਾਹ ਕਾਹਦੀ ਲਾਣੀ ਬਣਦੀ ਹੈ? ਤਨਖਾਹ ਤਾਂ ਲਾਈਏ ਜੇ ਉਹਨਾਂ ਨੇ ਕੀਰਤਨ ਨਾ ਕੀਤਾ ਹੋਵੇ। ਜੇ ਉਹ ਕੀਰਤਨ ਕਰ ਰਹੇ ਨੇ ਫਿਰ ਤੇਰੇ ਕਹਿਣ ਤੇ ਉਹਨਾਂ ਨੂੰ ਤਨਖਾਹ ਕਿਵੇਂ ਲਾਈਏ? ਉਹਨਾਂ ਤਾਂ ਪਰਉਪਕਾਰ ਕੀਤਾ। ਉਹਨਾਂ ਨੇ ਤੇ ਅੰਮ੍ਰਿਤ ਵੇਲੇ ਆ ਕੇ ਰਸ ਭਿੰਨੜੀ ਗੁਰਬਾਣੀ ਦੀ ਚਿਮ ਚਿਮ ਵਰਸੈ, ਅੰਮ੍ਰਿਤ ਧਾਰਾ ਦਾ ਮੀਂਹ ਪਾਇਆ ਗੁਰਬਾਣੀ ਦੇ ਕੀਰਤਨ ਵਜੋਂ। ਕਿਵੇਂ ਉਹਨਾਂ ਰਾਗੀ ਸਿੰਘਾਂ ਨੂੰ ਤਨਖਾਹ ਲਾ ਦਈਏ? ਇਨ ਪਰ ਗੁਰ ਕੀ ਖੁਸ਼ੀ ਉਦਾਰਾ। ਪਾਤਸ਼ਾਹ ਕਹਿੰਦੇ ਮੇਰੀ ਉਹਨਾਂ ਰਾਗੀ ਸਿੰਘਾਂ ਉੱਤੇ ਖੁਸ਼ੀ ਹੈ, ਮੇਰੀਆਂ ਉਹਨਾਂ ਤੇ ਖੁਸ਼ੀਆਂ ਨੇ ਜਿਹੜੇ ਗੁਰਬਾਣੀ ਦਾ ਰਸ ਭਿੰਨਾ ਕੀਰਤਨ ਕਰਕੇ ਗੁਰਸਿੱਖਾਂ ਨੂੰ ਸਰਵਣ ਕਰਾਉਂਦੇ ਹਨ। ਮਹਾਰਾਜ ਜੀ ਕਹਿੰਦੇ ਮੇਰਾ ਉਹਨਾਂ ਰਾਗੀ ਸਿੰਘਾਂ ਤੇ ਕੀਰਤਨੀਏ ਸਿੰਘਾਂ ਦੇ ਉੱਤੇ ਮਹਾਨ ਮੇਰੀ ਬਖਸ਼ਿਸ਼ ਹੈ, ਮੇਰੀਆਂ ਉਹਨਾਂ ਤੇ ਖੁਸ਼ੀਆਂ ਨੇ। ਇੰਨਾ ਮਹਾਰਾਜ ਜੀ ਮਾਣ ਦਿੰਦੇ ਆਪਣੇ ਰਾਗੀ ਸਿੰਘਾਂ ਨੂੰ। ਗੁਰਬਾਣੀ 'ਚ ਮੇਰੇ ਸਾਹਿਬ ਕਹਿੰਦੇ ਭਲੋ ਭਲੋ ਰੇ ਕੀਰਤਨੀਆਂ, ਰਾਮ ਰਮਾ ਰਾਮਾ ਗੁਣ ਗਾਵੋ। ਆਓ ਜੀ ਤੂੰ ਆਓ ਹਮਾਰੇ, ਹਰ ਜਸ ਸਰਵਣ ਸੁਣਾਵਣਾ। ਮਹਾਰਾਜ ਜੀ ਨੇ ਗੁਰਬਾਣੀ ਦੇ ਕੀਰਤਨ ਕਰਨ ਵਾਲੇ ਕੀਰਤਨੀ ਸਿੰਘਾਂ ਨੂੰ ਵੀ ਬੜਾ ਮਾਣ ਦਿੱਤਾ ਹੈ। ਢਾਡੀ ਸਿੰਘਾਂ ਨੂੰ, ਕਵੀਸ਼ਰਾਂ ਨੂੰ ਮਾਣ ਦਿੱਤਾ, ਉੱਥੇ ਰਾਗੀ ਸਿੰਘਾਂ ਨੂੰ ਮੇਰੇ ਸਾਹਿਬ ਨੇ ਬੜਾ ਮਾਣ ਦਿੱਤਾ, ਵਡਿਆਈ ਦਿੱਤੀ ਹੈ, ਜਿਹੜੇ ਆਪਣੀ ਰਸਨਾ ਤੋਂ ਸਾਹਿਬ ਦੀ ਅੰਮ੍ਰਿਤਮਈ ਗੁਰਬਾਣੀ ਦਾ ਕੀਰਤਨ ਕਰਦੇ ਹਨ। ਅਸੀਂ ਸ਼ਬਦ ਨਾਲ ਜੁੜਨਾ ਹੈ, ਕੀਰਤਨ ਨਾਲ ਜੁੜਨਾ ਹੈ। ਕਈ ਵਾਰੀ ਉਹਨਾਂ ਦੇ ਸਰੀਰਕ ਕਿਰਿਆਵਾਂ ਨੂੰ ਵੇਖਦਿਆਂ ਸੰਦੇਹ ਕਰ ਲੈਂਦੇ ਹਾਂ। ਭਾਈ ਸਰੀਰ ਨਾਲ ਨਹੀਂ, ਸ਼ਬਦ ਨਾਲ ਜੁੜਨਾ ਹੈ। ਜੋ ਕੀਰਤਨ ਕਰ ਰਹੇ ਨੇ ਉਸ ਸ਼ਬਦ ਦੇ ਨਾਲ ਸਾਡੀ ਸੁਰਤ ਜੁੜਨੀ ਚਾਹੀਦੀ ਹੈ। ਜਦੋਂ ਉਹਨਾਂ ਦੇ ਪਰਸਨਲੀ ਜੀਵਨ ਦੇ ਵਿੱਚ ਝਾਕਾਂ ਮਾਰ ਕੇ ਅਸੀਂ ਕਿਸੇ ਧਾਰਮਿਕ ਵਿਅਕਤੀ ਦੇ ਵਿੱਚ ਵੇਖਾਂਗੇ, ਕਮੀਆਂ ਤਾਂ ਸਾਰਿਆਂ ਮਨੁੱਖਾਂ ਵਿੱਚ ਹੁੰਦੀਆਂ, ਸੰਪੂਰਨਤਾ ਪਰਮੇਸ਼ਰ ਹੀ ਹੈ ਨਾ। ਇਸ ਕਰਕੇ ਭਾਈ ਸ਼ਬਦ ਨਾਲ ਜੁੜਨਾ, ਕੀਰਤਨ ਨਾਲ ਜੁੜਨਾ ਹੈ। ਮਹਾਰਾਜ ਜੀ ਕਹਿੰਦੇ ਨਾ ਕੀਰਤਨ ਕਰਨ ਵਾਲੇ ਮੇਰੇ ਕੀਰਤਨੀਏ ਸਿੰਘਾਂ ਉੱਤੇ ਮੇਰੀਆਂ ਖੁਸ਼ੀਆਂ ਹਨ। ਕਲ ਯੁਗ ਕੀਰਤਨ ਨਾਮ ਆਧਾਰਾ। ਕਲ ਯੁਗ ਵਿੱਚ ਕੀਰਤਨ ਦਾ ਆਧਾਰ ਹੈ। ਕਲ ਯੁਗ ਮੈਂ ਕੀਰਤਨ ਪ੍ਰਧਾਨਾ, ਗੁਰਮੁਖ ਜਪੀਐ ਲਾਏ ਧਿਆਨ। ਕਲ ਯੁਗ ਦੇ ਵਿੱਚ ਗੁਰਬਾਣੀ ਦਾ ਕੀਰਤਨ ਮਹਾਨ ਹੈ, ਕੀਰਤਨ ਦੀ ਸੋਭਾ ਹੈ ਕਲ ਯੁਗ ਦੇ ਵਿੱਚ। ਇਹਦੇ ਵਿੱਚ ਨਾਮ ਦੀ ਮਹਿਮਾ ਵਰਣਨ ਕੀਤੀ ਜਾਂਦੀ, ਇਸ ਕਰਕੇ ਕਲ ਯੁਗ ਦਾ ਆਧਾਰ ਹੈ। ਜਗਤ ਗੁਰੂ ਬਾਬਾ ਜੀ ਸੰਸਾਰ ਦਾ ਭਰਮਣ ਕਰਕੇ ਜਿੱਥੇ ਵੀ ਗਏ ਨੇ ਕੀਰਤਨ ਕੀਤਾ ਆਪਣੇ ਸ਼ਬਦ ਦਾ, ਔਰ ਸ਼ਬਦ ਦੇ ਕੀਰਤਨ ਦੁਆਰਾ ਹੀ ਮਹਾਰਾਜ ਗਰੀਬ ਨਵਾਜ ਜੀ ਨੇ ਵੱਡਿਆਂ ਵੱਡਿਆਂ ਰਾਖਸ਼ਾਂ ਨੂੰ ਦੇਵਤੇ ਬਣਾ ਦਿੱਤਾ। ਸੋ ਕਲਯੁਗ ਦੇ ਸਮੇਂ ਦੇ ਵਿੱਚ ਕੀਰਤਨ ਪ੍ਰਧਾਨ ਹੈ। ਇਹਦੇ ਵਿੱਚ ਹਰੀ ਵਾਹਿਗੁਰੂ ਪਰਮੇਸ਼ਰ ਦੇ ਨਾਮ ਦੀ ਸੋਭਾ ਹੈ। ਰਾਗੀ ਸਿੰਘਾਂ ਨਾਲ ਕਈ ਵਾਰੀ ਮੈਂ ਹਾਸ ਰਸ ਕਰਦਿਆਂ ਕਹਿ ਦਿੰਦਾ ਹੁੰਨਾ, ਮੈਂ ਆਖਿਆ ਤੁਹਾਡਾ ਜ਼ਿਕਰ ਗੁਰੂ ਗ੍ਰੰਥ ਸਾਹਿਬ ਵਿੱਚ ਆਉਂਦਾ ਹੈ। ਕੀਰਤਨੀਏ ਸਿੰਘਾਂ ਦੀ ਬੜੀ ਸੋਭਾ ਮਹਾਰਾਜ ਜੀ ਨੇ ਕੀਤੀ ਹੈ। ਮੈਂ ਆਖਿਆ ਸਾਡੇ ਵਰਗੇ ਕਥਾਵਾਚਕਾਂ ਦਾ ਨਹੀਂ ਕੋਈ ਜ਼ਿਕਰ ਆਉਂਦਾ।
ਹਾਸ ਰਸ ਦੇ ਵਿੱਚ ਰਾਗੀ ਸਿੰਘਾਂ ਦੀ ਸੋਭਾ ਕਰਨ ਵਿੱਚ ਕਈ ਵਾਰ ਇਦਾਂ ਦੇ ਸ਼ਬਦ ਵਰਤੀਦੇ ਹਨ। ਸੋ ਇਹ ਮਾਣ ਹੈ, ਸਤਿਕਾਰ ਹੈ ਇੱਕ ਦੂਜੇ ਪ੍ਰਤੀ, ਜੋ ਗੁਰਸਿੱਖਾਂ ਨੂੰ ਆਪਣੇ ਹਿਰਦੇ 'ਚ ਰੱਖਣਾ ਚਾਹੀਦਾ ਹੈ। ਕਲਗੀਧਰ ਪਾਤਸ਼ਾਹ ਜੀ ਨੇ ਮਾਣ ਬਖਸ਼ਿਆ ਉਸ ਸਿੰਘ ਨੂੰ, ਆਖਿਆ ਰਾਗੀ ਸਿੰਘਾਂ ਪ੍ਰਤੀ ਇਹ ਵਿਰਤੀ ਨਹੀਂ ਰੱਖਣੀ ਕਿ ਉਹਨਾਂ ਨੇ ਕੀਰਤਨ ਕੀਤਾ, ਪਰ ਕੀਰਤਨ ਕਰਨ ਦਾ ਉਹਨਾਂ ਨੂੰ ਤਨਖਾਹ ਲਾਈਏ, ਵੀ ਉਹਨਾਂ ਤੇ ਦੰਡ ਲਾਈਏ ਕਿਉਂ ਕੀਰਤਨ ਕੀਤਾ। ਕਲਯੁਗ ਵਿੱਚ ਤਾਂ ਕੀਰਤਨ ਪ੍ਰਧਾਨ ਕਰਮ ਹੈ, ਸ਼੍ਰੋਮਣੀ ਕਰਮ ਹੈ। ਗੁਰੂ ਪਾਵਨੀ ਧਰ ਕੈ ਜੋ, ਜਿਹੜੇ ਗੁਰੂ ਭਾਵਨੀ ਰੱਖ ਕੇ ਆਪਣੇ ਹਿਰਦੇ ਵਿੱਚ ਸ਼ਬਦ ਕੀਰਤਨ ਕਰ ਹੈ ਕੋਈ ਸ਼ਬਦ ਦਾ ਕੀਰਤਨ ਕਰਦਾ ਹੈ, ਗੁਰੂ ਕੇ ਪਿਆਰ ਦੇ ਵਿੱਚ ਭਿੱਜ ਕੇ ਕੋਈ ਸ਼ਬਦ ਦਾ ਕੀਰਤਨ ਕਰਦਾ ਹੈ, ਗੁਰੂ ਸੰਗ ਬਨ ਆਵੈ ਤਾਈ, ਭਾਈ ਉਹਦੀ ਗੁਰੂ ਨਾਲ ਬਣ ਆਉਂਦੀ ਹੈ। ਬਾਬਾ ਸ਼ਾਮ ਸਿੰਘ ਜੀ ਜੈਸੇ ਮਹਾਂਪੁਰਸ਼ ਜਿਨ੍ਹਾਂ ਆਪਣੀ ਜ਼ਿੰਦਗੀ ਦੇ 50 ਸਾਲ ਤੋਂ ਵੱਧ ਸਮਾਂ ਬਿਨਾਂ ਨਾਗਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਬਾਰ 'ਚ ਕੀਰਤਨ ਕੀਤਾ, ਉਹਨਾਂ ਮਹਾਂਪੁਰਸ਼ਾਂ ਦੇ ਡੇਰੇ ਵਿੱਚੋਂ ਜਿੱਥੇ ਉਹ ਰਹਿੰਦੇ ਸਨ ਬਾਬਾ ਸ਼ਾਮ ਸਿੰਘ ਜੀ ਦਾ ਸਥਾਨ ਹੈ, ਉੱਥੋਂ ਬਕਾਇਦਾ ਸਵੇਰੇ ਕੜਾਹ ਪ੍ਰਸ਼ਾਦ ਦੀ ਪਹਿਲੀ ਦੇਗ ਜਿਹੜੀ ਆ ਉਹ ਬਾਬਾ ਸ਼ਾਮ ਸਿੰਘ ਜੀ ਦੇ ਡੇਰੇ ਤੋਂ ਹੁਣ ਵੀ ਦਰਬਾਰ ਸਾਹਿਬ ਆਉਂਦੀ ਹੈ। ਭਾਈ ਹੀਰਾ ਸਿੰਘ ਜੀ ਵਰਗੇ ਕੈਸੇ ਮਹਾਨ ਕੀਰਤਨੀਏ ਸਤਿਗੁਰਾਂ ਦੇ ਦਰਬਾਰ ਦੇ, ਜਿਨ੍ਹਾਂ ਆਪਣਾ ਸਾਰਾ ਜੀਵਨ ਸਾਹਿਬ ਦੀ ਗੁਰਬਾਣੀ ਦਾ ਕੀਰਤਨ ਕਰਦਿਆਂ ਬਤੀਤ ਕਰ ਦਿੱਤਾ। ਕੀਰਤਨ ਦੇ ਅੱਖਰੀ ਅਰਥ ਮਹਾਂਪੁਰਸ਼ ਦੱਸਦੇ ਹਨ। ਕੀਰਤਨ, ਕੀਰਤਨ ਤਨ ਦੇ ਵਿੱਚ ਰਹਿ ਕੇ ਕੀਰਨੇ ਪਾਉਣੇ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਤਨ 'ਚ ਇਸ ਸਰੀਰ 'ਚ ਰਹਿ ਕੇ ਕੀਰਨੇ ਪਾਉਣੇ। ਕੀਰਨੇ ਕਿਵੇਂ? ਵਿਛੋੜੇ ਦੇ ਵਿੱਚ, ਹੇ ਵਾਹਿਗੁਰੂ ਤੇਰੇ ਨਾਲੋਂ ਵਿਛੜੇ ਹੋਏ ਆ ਮੇਲ ਲੈ। ਮੇਲਨ ਦੇ ਸ਼ਬਦ ਜਦੋਂ ਗਾਇਨ ਕਰਦੇ ਨੇ ਨਾ, ਕੀਰਨੇ ਪਾਉਂਦਿਆਂ ਮੇਲ ਲਹੋ ਦਇਆਲ ਟੈ ਪਹੇ ਦੁਆਰਿਆ, ਜਦੋਂ ਕੀਰਤਨ ਦੇ ਰੂਪ ਦੇ ਵਿੱਚ ਗਾਉਂਦਿਆਂ ਗਾਉਂਦਿਆਂ ਇਸ ਤਨ ਦੀ ਬਿਸਿਮਰਤੀ ਹੋ ਜਾਏ ਕਿ ਮੈਂ ਸਰੀਰ ਵਿੱਚ ਹਾਂ ਕਿ ਨਹੀਂ, ਤਨ ਭੁੱਲ ਜਾਏ। ਕੀਰਤਨ, ਕੀਰਤਨ ਕਰਦਿਆਂ ਕਰਦਿਆਂ ਤਨ ਵੀ ਭੁੱਲ ਜਾਏ, ਸਰੀਰ ਵੀ ਭੁੱਲ ਜਾਏ, ਉਹਨੂੰ ਕਹਿੰਦੇ ਆ ਕੀਰਤਨ। ਇੱਦਾਂ ਵੀ ਮਹਾਂਪੁਰਸ਼ ਦੱਸਦੇ ਆ ਕੀ ਰਤਨ, ਰਤਨ ਵੀ ਕੀ ਨੇ ਕੀਰਤਨ ਅੱਗੇ। ਦੁਨੀਆ ਦੇ ਵੱਡੇ ਤੋਂ ਵੱਡੇ ਰਤਨ ਸਤਿਗੁਰਾਂ ਦੀ ਗੁਰਬਾਣੀ ਦੇ ਕੀਰਤਨ ਤੁੱਲ ਨਹੀਂ ਹਨ। ਕੀ ਹਨ ਉਹ ਰਤਨ ਸਤਿਗੁਰਾਂ ਦੀ ਗੁਰਬਾਣੀ ਦੇ ਕੀਰਤਨ ਦੇ ਸਨਮੁਖ? ਭਾਈ ਹੀਰਾ ਸਿੰਘ ਜੀ ਜੈਸੇ ਮਹਾਂਪੁਰਸ਼ਾਂ ਨੂੰ ਉਸ ਵੇਲੇ ਦੇ ਰਾਜਿਆਂ ਨੇ ਆਖਿਆ ਤੁਹਾਨੂੰ ਅਸੀਂ ਜਵਾਹਰਾਤ ਦਿੰਦੇ ਹਾਂ, ਕਦੇ ਆ ਕੇ ਸਾਡੇ ਦਰਬਾਰ 'ਚ ਵੀ ਕੀਰਤਨ ਕਰੋ। ਆਖਿਆ ਧੰਨ ਗੁਰੂ ਰਾਮਦਾਸ ਸਾਹਿਬ ਦੇ ਦਰਬਾਰ ਤੋਂ ਵੱਡਾ ਦਰਬਾਰ ਕੋਈ ਹੈ ਹੀ ਨਹੀਂ ਜਿੱਥੋਂ ਛੱਡ ਕੇ ਅਸੀਂ ਹੋਰ ਥਾਂ ਤੇ ਜਾ ਕੇ ਕੀਰਤਨ ਕਰੀਏ। ਇਹ ਰਾਜਿਆਂ ਬਾਦਸ਼ਾਹਾਂ ਦੇ ਦਰਬਾਰ ਤਾਂ ਝੂਠੇ ਨੇ, ਅਸੀਂ ਗੁਰੂ ਨਾਨਕ ਦੇ ਦਰਬਾਰ ਦੇ ਕੀਰਤਨੀਏ ਹਾਂ ਔਰ ਗੁਰੂ ਨਾਨਕ ਦੇ ਦਰਬਾਰ ਵਿੱਚ ਹੀ ਰਹਿੰਦੀ ਤਾ ਉਮਰ ਤੱਕ ਕੀਰਤਨ ਕਰਦੇ ਰਹਾਂਗੇ। ਸੋ ਇਸ ਪ੍ਰਕਾਰ ਗੁਰਮੁਖੋ ਕੀਰਤਨ ਦੀ ਬੜੀ ਸੋਭਾ ਹੈ। ਬੜੇ ਬੜੇ ਮਹਾਨ ਕੀਰਤਨੀਏ ਗੁਰੂ ਘਰ ਦੇ ਵਿੱਚ ਹੋਏ, ਬਾਬਾ ਸ਼ਾਮ ਸਿੰਘ ਜੈਸੇ, ਭਾਈ ਹੀਰਾ ਸਿੰਘ ਜੀ ਜੈਸੇ। ਪੁਰਾਤਨ ਕੀਰਤਨੀਆਂ ਦੇ ਵਿੱਚੋਂ ਵੇਖੀਏ ਭਾਈ ਗੋਪਾਲ ਸਿੰਘ ਜੀ ਜੈਸੇ ਕੀਰਤਨੀਏ, ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਜਦੋਂ ਕੀਰਤਨ ਕਰਦੇ 36 ਘੰਟੇ ਇੱਕੋ ਚੌਂਕੜੇ ਤੇ ਬੈਠਿਆਂ, ਕਈ ਵਾਰੀ 48 ਘੰਟੇ ਵੀ ਬੀਤ ਜਾਣੇ ਕੀਰਤਨ ਕਰਦਿਆਂ ਕਰਦਿਆਂ ਸਰੀਰ ਦੀ ਸੋਝੀ ਨਾ ਰਹਿਣੀ। ਸੋ ਐਸੇ ਗੁਰਬਾਣੀ ਦੇ ਰਸ ਲੈਣ ਵਾਲੇ ਅਨੇਕਾਂ ਹੀ ਕੀਰਤਨੀਏ, ਉਹਨਾਂ ਸਾਰੇ ਕੀਰਤਨੀਆਂ ਦਾ ਸਤਿਕਾਰ ਹੈ ਜਿਹੜੇ ਸਾਹਿਬ ਦੀ ਅੰਮ੍ਰਿਤਮਈ ਗੁਰਬਾਣੀ ਦਾ ਸਾਨੂੰ ਕੀਰਤਨ ਸਰਵਣ ਕਰਾਉਂਦੇ ਹਨ। ਉਹਨਾਂ ਕੀਰਤਨੀਆਂ ਦੀ ਕੀਰਤਨ ਕਰਕੇ ਸੋਭਾ ਹੈ ਕਿ ਉਹ ਗੁਰਬਾਣੀ ਦੇ ਸ਼ਬਦ ਦਾ ਕੀਰਤਨ ਗਾਇਨ ਕਰਦੇ ਹਨ। ਪ੍ਰਾਪਤ ਹੋਵੇ ਸੁਖ ਭਵ ਮਾਈ, ਜਿਹੜੇ ਕੀਰਤਨ ਕਰਦੇ ਨੇ ਤਾਂ ਜਿਹੜੇ ਉਹਨਾਂ ਕੀਰਤਨੀਆਂ ਕੋਲੋਂ ਕੀਰਤਨ ਸੁਣਦੇ ਨੇ, ਧੰਨ ਨੇ ਉਹ ਸਰੋਤੇ ਜਿਨ੍ਹਾਂ ਨੂੰ ਅੰਦਰ ਇੰਨੀ ਖਿੱਚ ਹੈ ਸਾਹਿਬ ਜੀ ਦੇ ਕੀਰਤਨ ਸੁਣਨ ਦੀ, ਪਿਆਰ ਸਹਿਤ ਕੀਰਤਨ ਸਰਵਣ ਕਰਦੇ ਨੇ। ਕਹਿੰਦੇ ਕੀਰਤਨ ਕਰਨ ਵਾਲੇ ਔਰ ਕੀਰਤਨ ਸੁਣਨ ਵਾਲੇ ਦੋਨੋਂ ਹੀ ਪਰਮ ਪਦਵੀ ਨੂੰ, ਆਤਮਿਕ ਸੁੱਖ ਨੂੰ ਪ੍ਰਾਪਤ ਹੁੰਦੇ ਹਨ। ਦੋਨਾਂ ਨੂੰ ਹੀ ਆਤਮਿਕ ਸੁੱਖ ਤੇ ਖੇੜੇ ਦੀ ਪ੍ਰਾਪਤੀ ਹੁੰਦੀ ਹੈ। ਤਜ ਵਿਕਾਰ ਕੋ ਗਾਵੇ ਨਾਦ, ਕਹਿੰਦੇ ਵਿਕਾਰਾਂ ਦਾ ਤਿਆਗ ਕਰਕੇ
ਸਾਰੇ ਵਿਕਾਰਾਂ ਦਾ ਪ੍ਰਤਿਆਗ ਕਰਕੇ ਨਾਦ ਗਾਇਨ ਕਰਦੇ ਨੇ, ਕੀਰਤਨ ਦਾ ਰਾਗ ਗਾਇਨ ਕਰਦੇ ਹਨ। ਬੰਧਨ ਟੂਟੇ ਗੁਰ ਪ੍ਰਸਾਦ। ਔਰ ਜਦੋਂ ਵਿਕਾਰਾਂ ਤੋਂ ਰਹਿਤ ਹੋ ਕੇ ਕੀਰਤਨ ਦਾ ਨਾਦ ਕਰਦੇ ਨੇ, ਉਸ ਵੇਲੇ ਉਹਨਾਂ ਦੇ ਸਾਰੇ ਹੀ ਬੰਧਨ ਕੱਟੇ ਜਾਂਦੇ ਹਨ। ਉਹਨਾਂ ਦੇ ਸਾਰੇ ਬੰਧਨਾਂ ਤੋਂ ਉਹਨਾਂ ਨੂੰ ਬੰਦ ਖਲਾਸੀ ਪ੍ਰਾਪਤ ਹੋ ਜਾਂਦੀ ਹੈ। ਪਰ ਖਾਲਸਾ ਜੀ, ਜਦੋਂ ਕਈ ਵਾਰੀ ਅਸ਼ਲੀਲ ਸੰਸਾਰੀ ਗੀਤ ਜਿਹੜੇ ਹੁੰਦੇ ਆ, ਉਹਨਾਂ ਗੀਤਾਂ ਦੀ ਧੁਨੀ ਦੇ ਉੱਤੇ, ਤਰਗ ਦੇ ਉੱਤੇ ਕਈ ਵਾਰ ਕੋਈ ਕੀਰਤਨੀਆ ਸਿੰਘ ਸ਼ਬਦ ਪੜ੍ਹਦਾ ਹੋਵੇ, ਮੈਂ ਖਿਮਾ ਸਹਿਤ ਬੇਨਤੀ ਕਰਦਾ ਹਾਂ, ਕੋਈ ਮਨ ਵਿੱਚ ਕੀਰਤਨੀਆ ਰੰਜ ਨਾ ਮਨਾਵੇ ਕਿ ਸ਼ਬਦ ਨੂੰ ਸੁਣਦਿਆਂ ਕਈ ਵਾਰ ਜਦੋਂ ਕੋਈ ਧੁਨ ਇਹੋ ਜਿਹੀ ਹੁੰਦੀ ਹੈ, ਉਹ ਗਾਣਾ ਵੀ ਕਿਸੇ ਨੇ ਸੁਣਿਆ ਹੋਵੇ ਤੇ ਉਸ ਗਾਣੇ ਦੀ ਤਰਜ ਦੇ ਉੱਤੇ ਜਦੋਂ ਸਤਿਗੁਰਾਂ ਦਾ ਸ਼ਬਦ ਪੜ੍ਹਿਆ ਜਾਂਦਾ ਹੈ, ਸ਼ਬਦ ਭੁੱਲ ਕੇ ਉਹ ਗਾਣਾ ਚੇਤੇ ਆ ਜਾਂਦਾ, ਕਿੱਡਾ ਵੱਡਾ ਗੁਨਾਹ ਹੁੰਦਾ ਹੈ। ਗੁਰਬਾਣੀ ਦਾ ਸ਼ਬਦ ਭੁੱਲ ਕੇ ਉਹ ਗਾਣਾ ਚੇਤੇ ਆਉਣ ਲੱਗ ਪੈਂਦਾ ਵੀ ਫਲਾਣੇ ਗਾਣੇ ਦੀ ਤਰਜ ਦੇ ਉੱਤੇ। ਹਾਂ ਠੀਕ ਹੈ ਵੀ ਜਿਹੜੇ ਗਾਣੇ ਆਦਿਕ ਗਾਏ ਜਾਂਦੇ ਹੈ ਜਾਂ ਸੰਗੀਤ ਵਿੱਚ ਜਿਹੜੀਆਂ ਸੁਰਾਂ ਨੇ ਉਹ ਤਕਰੀਬਨ ਮਿਲਦੀਆਂ ਜੁਲਦੀਆਂ ਹੁੰਦੀਆਂ ਹਨ, ਪਰ ਉਹਦੇ ਵਿੱਚ ਸਿਆਣੇ ਕੀਰਤਨੀਏ ਫਰਕ ਪਾ ਲੈਂਦੇ ਹਨ। ਉਹ ਸੁਰਾਂ ਬਦਲ ਲੈਂਦੇ ਹਨ ਕਿ ਬਿਲਕੁਲ ਪਿਓਰ ਸੁਰਾਂ ਉਹੀ ਗਾਣੇ ਵਾਲੀਆਂ ਨਹੀਂ ਰੱਖਦੇ, ਉਹਨੂੰ ਥੋੜ੍ਹਾ ਜਿਹਾ ਤਬਦੀਲ ਕਰ ਲੈਂਦੇ ਆ, ਬਦਲ ਲੈਂਦੇ ਆ ਕਿ ਉਹ ਗਾਣਾ ਚੇਤੇ ਨਾ ਆਵੇ, ਸਤਿਗੁਰਾਂ ਦਾ ਸ਼ਬਦ ਚੇਤੇ ਆਵੇ। ਤੋ ਇਹ ਧਿਆਨ ਵੀ ਸਾਨੂੰ ਰੱਖ ਲੈਣਾ ਚਾਹੀਦਾ, ਸਾਡੀ ਸੁਰਤੀ ਵਿੱਚ ਹੋਣਾ ਚਾਹੀਦਾ ਕਿ ਉਸ ਵੇਲੇ ਭਾਈ ਕੀਰਤਨੀਆਂ ਜਦੋਂ ਕੀਰਤਨ ਕਰੇ, ਕੇਵਲ ਗੁਰੂ ਕੇ ਸ਼ਬਦ ਵਿੱਚ ਖੁੱਭ ਕੇ ਕੀਰਤਨ ਕਰੇ। ਕਲਗੀਧਰ ਪਾਤਸ਼ਾਹ ਕਹਿੰਦੇ ਜਦੋਂ ਕੋਈ ਐਸਾ ਕੀਰਤਨੀਆ ਸ਼ਬਦ ਵਿੱਚ ਖੁੱਭ ਕੇ ਕੀਰਤਨ ਕਰਦਾ, ਉਹਨੂੰ ਬਾਕੀ ਦੇ ਰਾਗ ਨਾਦ ਸੰਸਾਰ ਦੇ ਜਿਹੜੇ ਨੇ ਵਿਸ਼ਈ ਵਿਕਾਰੀ ਗੀਤ ਉਹ ਭੁੱਲ ਜਾਂਦੇ ਨੇ, ਕੇਵਲ ਗੁਰੂ ਕਾ ਸ਼ਬਦ ਹੀ ਚੇਤੇ 'ਚ ਰਹਿੰਦਾ। ਤਾਂ ਪਾਤਸ਼ਾਹ ਕਹਿੰਦੇ ਉਸ ਸਿੱਖ ਨੂੰ, ਉਸ ਕੀਰਤਨੀਏ ਨੂੰ ਜੀਵਨ ਮੁਕਤ ਅਵਸਥਾ, ਬੰਧਨ ਮੁਕਤ ਅਵਸਥਾ ਪ੍ਰਾਪਤ ਹੋ ਜਾਂਦੀ ਹੈ। ਉਸ ਨੂੰ ਜੀਵਨ ਮੁਕਤ ਅਵਸਥਾ ਦੀ ਦਾਤ ਮਿਲ ਜਾਂਦੀ ਆ, ਉਹਦੇ ਸਾਰੇ ਹੀ ਬੰਧਨ ਕੱਟੇ ਜਾਂਦੇ ਹਨ। ਸੁਨੈ ਪ੍ਰੇਮ ਧਰ ਫੇਰ ਨਾ ਫੇਰਾ। ਕਹਿੰਦੇ ਜਿਹੜਾ ਕੋਈ ਗੁਰਮੁਖ ਉਹਨਾਂ ਕੀਰਤਨੀਆਂ ਕੋਲੋਂ ਪ੍ਰੇਮ ਸਹਿਤ ਕੀਰਤਨ ਸੁਣਦਾ, ਉਹਨੂੰ ਵੀ ਮੁੜ ਕੇ ਸੰਸਾਰ 'ਚ ਫੇਰਾ ਨਹੀਂ ਪਾਉਣਾ ਪੈਂਦਾ। ਉਹ ਵੀ ਇਹ ਸੰਸਾਰ ਦੇ ਵਿੱਚ ਮੁੜ ਕੇ ਫੇਰਾ ਨਹੀਂ ਪਾਉਂਦੇ, ਭਾਵ ਆਵਾਗਾਉਣ ਤੋਂ ਰਹਿਤ ਹੋ ਜਾਂਦੇ ਨੇ, ਮੁਕਤ ਹੋ ਜਾਂਦੇ ਹਨ। ਪਾਏ ਅਚਲ ਪਦ ਬੋ ਸੁਖ ਕੇਰਾ। ਜਿਹੜੀ ਅਚਲ ਪਦਵੀ ਹੈ, ਨਾ ਚਲਾਏ ਮਾਨ ਹੋਣ ਵਾਲੀ, ਉਹ ਪਦਵੀ ਉਹਨਾਂ ਨੂੰ ਪ੍ਰਾਪਤ ਹੁੰਦੀ ਹੈ। ਸ਼ਬਦ ਅਰਥ ਕੋ ਨਿਰਣੈ ਕਰੈ। ਨਾਲ ਕਹਿੰਦੇ ਕੀਰਤਨੀਆਂ ਕੀਰਤਨ ਕਰੇ, ਨਾਲ ਜਦੋਂ ਕੀਰਤਨ ਕਰੇ ਸ਼ਬਦ ਦੇ ਅਰਥ ਭਾਵਾਂ ਨੂੰ ਵੀ ਚੰਗੀ ਤਰ੍ਹਾਂ ਵੇਖ ਲਵੇ। ਜਦੋਂ ਸ਼ਬਦਾਂ ਦੇ ਅਰਥਾਂ ਨੂੰ ਸਮਝ ਕੇ ਕੀਰਤਨੀਆਂ ਕੀਰਤਨ ਕਰਦਾ, ਉਹਦਾ ਦੁੱਗਣਾ ਰਸ ਬਣਦਾ ਹੈ। ਮੈਂ ਬਹੁਤ ਸਾਰੇ ਐਸੇ ਗੁਰਮੁਖ ਕੀਰਤਨੀਏ ਸਿੰਘਾਂ ਦੇ ਦਰਸ਼ਨ ਕੀਤੇ ਨੇ, ਉਹ ਜਦੋਂ ਵੀ ਕੋਈ ਸ਼ਬਦ ਕੀਰਤਨ ਕਰਨਾ ਹੁੰਦਾ, ਪਹਿਲਾਂ ਉਹਦੀ ਵਿਆਖਿਆ ਵੀ ਨਾਲ ਪੜ੍ਹ ਲੈਂਦੇ ਹਨ। ਕਿਸ ਸ਼ਬਦ ਦੀ ਵਿਆਖਿਆ ਕੀ, ਉਹ ਸੋਨੇ ਤੇ ਸੁਹਾਗੇ ਵਾਲੀ ਗੱਲ ਹੋ ਜਾਂਦੀ ਹੈ। ਜਦੋਂ ਸ਼ਬਦ ਦੇ ਅਰਥ ਸਮਝ ਕੇ ਕੀਰਤਨ ਕੀਤਾ ਜਾਏ, ਉਹਦਾ ਵਿਸ਼ਰਾਮ ਸਹੀ ਲੱਗਦਾ ਸ਼ਬਦ ਦਾ, ਉਹਦਾ ਬਿਲਕੁਲ ਕੀਰਤਨ ਦਾ ਫਿਰ ਉਹਦੇ ਵਿੱਚ ਰਸ ਵੀ ਜਿਹੜਾ ਹੈ ਉਹ ਭਰਦਾ ਹੈ। ਸੁਣਨ ਵਾਲਾ ਜਿਹੜਾ ਹੈ ਉਹ ਵੀ ਕੀਰਤਨ ਸੁਣਦਿਆਂ ਨਾਲ ਉਸ ਕੀਰਤਨ ਦੇ ਸ਼ਬਦਾਂ ਦੇ ਅਰਥ ਵਿਚਾਰਾਂ ਦੇ ਵਿੱਚ ਵੀ ਆਪਣੀ ਸੁਰਤ ਨੂੰ ਜੋੜੇ। ਗੁਰ ਕੋ ਕਹਿ ਬੋ ਸਾਚ ਉਚਰੈ। ਔਰੇ ਜਾਣੇ ਜੋ ਸਤਿਗੁਰੂ ਜੀ ਕਹਿ ਰਹੇ ਨੇ ਆਪਣੇ ਸ਼ਬਦ ਦੁਆਰਾ। ਕੀਰਤਨੀਆਂ ਕਰਨ ਵਾਲਾ ਕੀਰਤਨ ਤੇ ਸੁਣਨ ਵਾਲਾ ਉਹ ਇਹ ਸਮਝੇ ਕਿ ਜੋ ਸਤਿਗੁਰਾਂ ਦਾ ਸ਼ਬਦ ਗਾਇਆ ਜਾ ਰਿਹਾ ਹੈ, ਇਹਦੇ 'ਚ ਜੋ ਸਤਿਗੁਰੂ ਜੀ ਨੇ ਕਿਹਾ ਬਿਲਕੁਲ ਸੱਚ ਹੈ, ਇਹੀ ਸੱਚ ਹੈ, ਇਸ ਤੋਂ ਪਰੇ ਕੋਈ ਸੱਚ ਨਹੀਂ ਹੈ। ਇਹ ਸਮਝ ਲਵੇ, ਜੋ ਸਾਹਿਬ ਨੇ ਆਪਣੇ ਸ਼ਬਦ ਵਿੱਚ ਕਿਹਾ ਇਹ ਸੱਚ ਹੈ, ਇਹ ਮਿਥਿਆ ਨਹੀਂ ਹੈ, ਇਹ ਮਿਥਿਹਾਸ ਨਹੀਂ ਹੈ। ਜੇ ਮੇਰੇ ਸਾਹਿਬ ਕਹਿ ਰਹੇ ਨੇ ਨਾਰਾਇਣ ਨੰਦ ਸਕਾਏ ਭੂਲੀ ਗਵਾਰੀ ਦੁਕਰ ਸੁਕਰ ਥਾਰੋ ਕਰ ਮਰੀ ਸ਼ੰਕਰਾ ਮਸਤਕ ਬਸਤ, ਉਹ ਸਾਰੇ ਬਚਨ ਭਾਵੇਂ ਲੋਕ ਕਹਿੰਦੇ ਆ ਮਿਥਿਹਾਸ ਹੈ, ਪਰ ਮਹਾਰਾਜ ਜੀ ਨੇ ਜਦੋਂ ਗੁਰੂ ਗ੍ਰੰਥ ਸਾਹਿਬ 'ਚ ਦਰਜ ਕਰ ਦਿੱਤੇ ਉਹ ਸੱਚ ਹੈ। ਜੋ ਸਾਹਿਬ ਕਹਿ ਰਹੇ ਨੇ ਉਸ ਨੂੰ ਇਤੀ ਵਾਸਤਵਕ ਔਰ ਸਤ ਰੂਪ ਕਰਕੇ ਜਾਣੇ ਸਿੱਖ ਕਿ ਸਾਹਿਬ ਨੇ ਜੋ ਕਿਹਾ ਇਹੀ ਸਾਡੇ ਲਈ ਅੰਤਲਾ ਸੱਚ ਹੈ, ਇਸ ਤੋਂ ਪਰੇ ਅਸੀਂ ਕਿਸੇ ਦਾ ਸੱਚ ਨਹੀਂ ਮੰਨਦੇ।
ਲੱਖ ਕੋਈ ਆ ਕੇ ਆਖੇ ਜੀ ਇਹ ਮਿਥਿਹਾਸਕ ਕਹਾਣੀਆਂ ਨੇ ਜੀ, ਇਹ ਕਾਲਪਨਿਕ ਬਾਤਾਂ ਹਨ। ਕਈ ਕਹਿੰਦੇ ਆ ਬਬੀਹਾ ਵੀ ਕਾਲਪਨਿਕ ਹੈ, ਇੱਥੋਂ ਤੱਕ ਵੀ ਕਈ ਕਹਿੰਦੇ ਆ, ਕਹਿੰਦੇ ਜਿਹੜਾ ਇਹ ਬਬੀਹਾ ਹੈ ਨਾ ਇਹ ਤਾਂ ਕਲਪਨਾ ਹੀ ਹੈ ਜੀ, ਅਸਲ ਵਿੱਚ ਬਬੀਹਾ ਹੁੰਦਾ ਹੀ ਨਹੀਂ। ਇੱਥੋਂ ਤੱਕ ਵੀ ਕਹਿਣ ਲੱਗ ਪਏ ਕਈ, ਔਰ ਉਹ ਕਹਿਣ ਵਾਲੇ ਵੀ ਚੰਗੇ ਪੜ੍ਹੇ ਲਿਖੇ, ਜਿਹੜੇ ਪੜ੍ਹੇ ਲਿਖੇ ਮੂਰਖ ਹੀ ਕਹਿ ਸਕਦੇ ਹਾਂ। ਜਿਹੜੇ ਸਾਹਿਬ ਦੀ ਬਾਣੀ ਨੂੰ ਜੇ ਗੁਰਦੇਵ ਕਹਿ ਰਹੇ ਨੇ ਬਾਬੀਹਾ, ਗੁਰਦੇਵ ਕਹਿ ਰਹੇ ਨੇ ਹੰਸ, ਉਹ ਜੀਵ ਜੇ ਅੱਜ ਦੇ ਸਮੇਂ 'ਚ ਸਮਾਪਤ ਹੋ ਗਏ ਨੇ, ਨਹੀਂ ਦਿਸਦੇ, ਇਹਦਾ ਮਤਲਬ ਇਹ ਨਹੀਂ ਵੀ ਜਦੋਂ ਸੀ ਉਹ, ਜਦੋਂ ਉਹਨਾਂ ਬਾਰੇ ਕਿਹਾ ਗਿਆ ਉਹ ਹੈ ਹੀ ਨਹੀਂ ਸਨ। ਸਾਨੂੰ ਨਹੀਂ ਜਿਹੜੀ ਚੀਜ਼ ਦਿਸੀ, ਇਹਦਾ ਮਤਲਬ ਇਹ ਨਹੀਂ ਵੀ ਉਹ ਹੁੰਦੀ ਨਹੀਂ। ਬੜਾ ਕੁਝ ਅਸੀਂ ਨਹੀਂ ਵੇਖਿਆ, ਬੜੇ ਦੇਸ਼ ਅਸੀਂ ਨਹੀਂ ਵੇਖੇ, ਤੇ ਸਾਨੂੰ ਕੋਈ ਕਹੇ ਜੀ ਫਲਾਣਾ ਦੇਸ਼ ਹੁੰਦਾ, ਅਸੀਂ ਆਖੇ ਅਸੀਂ ਤਾਂ ਵੇਖਿਆ ਨਹੀਂ, ਅਸੀਂ ਨਹੀਂ ਮੰਨਦੇ, ਤਾਂ ਕਲਪਨਾ ਹੈ। ਉਹ ਬਥੇਰਾ ਨਕਸ਼ਾ ਵੀ ਚੁੱਕ ਕੇ ਸਾਡੇ ਅੱਗੇ ਰੱਖਦੇ, ਮੈਪ ਰੱਖਦੇ ਵੀ ਆਹ ਵੇਖ ਇੱਥੇ ਆ ਉਹ ਦੇਸ਼, ਕਲਪਨਾ ਜੀ, ਇਹ ਤਾਂ ਲਕੀਰਾਂ ਵਾਹੀਆਂ ਹੋਈਆਂ, ਅਸੀਂ ਤਾਂ ਵੇਖਿਆ ਨਹੀਂ। ਤੇ ਇਹਦਾ ਮਤਲਬ ਇਹ ਨਹੀਂ ਜੋ ਮੈਂ ਵੇਖਿਆ ਨਹੀਂ ਉਹ ਹੈ ਹੀ ਨਹੀਂ। ਜੋ ਸਾਹਿਬ ਨੇ ਕਿਹਾ, ਮਹਾਰਾਜ ਜੀ ਨੇ ਸਪਸ਼ਟ ਕਿਹਾ, ਮੈਂ ਉਹ ਕਹਿ ਰਿਹਾ ਜੋ ਮੈਂ ਆਪਣੀਆਂ ਅੱਖਾਂ ਨਾਲ ਵੇਖਦਾ। ਇੱਦਾਂ ਨੇ ਕਿਸੇ ਦੀ ਮੱਖੀ ਦੀ ਮਾਰੀ ਦੇ ਉੱਤੇ ਅੱਗੇ ਮੱਖੀ ਮਾਰੀ ਜਾਣੀ ਹੈ, ਮੱਖੀ ਮਾਰਨ ਦੇ ਉੱਤੇ ਅੱਗੇ ਮੱਖੀ, ਫਲਾਣੇ ਨੇ ਇੱਦਾਂ ਕਿਹਾ ਸੀ, ਉੱਦਾਂ ਹੀ ਅੱਗੇ ਅੱਗੇ ਚੱਲਦੇ ਚਲੇ ਗਏ। ਐਸਾ ਨਹੀਂ, ਮਹਾਰਾਜ ਕਹਿੰਦੇ ਮੈਂ ਘੋਖ ਕਰਕੇ, ਪੜਤਾਲ ਕਰਕੇ ਜੋ ਵੇਖਦਾ ਹਾਂ ਉਹ ਉਚਾਰਦਾ ਹਾਂ। ਇਸ ਕਰਕੇ ਗੁਰਸਿੱਖ ਨੇ ਨਿਸ਼ਚਾ ਰੱਖਣਾ ਕਿ ਜੋ ਮੇਰੇ ਸਾਹਿਬ ਨੇ ਆਪਣੀ ਗੁਰਬਾਣੀ ਵਿੱਚ ਕਿਹਾ ਉਹ ਬਿਲਕੁਲ ਵਾਸਤਵਿਕ ਹੈ, ਸਤ ਹੈ। ਹਾਂਜੀ। ਸੋ ਸੰਗਤ ਕੋ ਦੈ ਪਕਵਾਨ, ਕਹਿੰਦੇ ਜਿਹੜੇ ਕੀਰਤਨੀਏ ਕੀਰਤਨ ਕਰ ਰਹੇ ਸਨ ਸਿੱਖਾ, ਉਹ ਤਾਂ ਸੰਗਤ ਨੂੰ ਭਾਂਤ ਭਾਂਤ ਦੇ ਪਕਵਾਨ ਦੇ ਰਹੇ ਨੇ। ਕਦੇ ਆਸਾ ਰਾਗ ਗਾਇਨ ਕਰਦੇ ਨੇ, ਕਦੇ ਭੈਰੋ ਰਾਗ ਗਾ ਕੇ ਗੁਰਬਾਣੀ ਦਾ ਸ਼ਬਦ ਉਚਾਰਦੇ ਨੇ। ਉਹ ਤਾਂ ਭਾਂਤ ਭਾਂਤ ਦੀਆਂ ਜਿਹੜੀਆਂ ਪੁਸਰੀਆਂ ਪਕਾ ਕੇ ਰੱਖੀਆਂ ਮੇਰੇ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਰੂਪੀ ਥਾਲ 'ਚ, ਉਹ ਤਾਂ ਪਰੋਸ ਕੇ ਦੇ ਰਹੇ ਸਨ ਸਾਰੇ ਸਿੱਖਾਂ ਨੂੰ। ਮਧੁਰ ਸਨਿਗਧੈ ਸਵਾਦ ਮਹਾਨ, ਇਹੋ ਜਿਹੇ ਪਕਵਾਨ ਜਿਹੜੇ ਮਿੱਠੇ ਨੇ, ਸਨਿਗਧ ਘਿਓ ਵਾਲੇ ਨੇ, ਕਈ ਪ੍ਰਕਾਰ ਦੇ ਰਸ ਵਾਲੇ ਪਕਵਾਨ ਉਹ ਛਕਾ ਰਹੇ ਸਨ। ਬਖਤਾ ਸ਼ਰੋਤਾ ਸ਼ੁਭ ਗਤ ਪਾਵੇ, ਜਿਹੜੇ ਕੀਰਤਨ ਕਰਨ ਵਾਲੇ ਵਕਤਾ ਹਨ, ਸੁਣਨ ਵਾਲੇ ਸਰੋਤਾ ਹਨ, ਉਹ ਸ਼ੁਭ ਗਤੀ ਨੂੰ ਪ੍ਰਾਪਤ ਕਰਦੇ ਹਨ। ਐਸਾ ਨਹੀਂ ਕਿ ਕੀਰਤਨ ਦਾ ਹੀ ਮਹਾਤਮ ਹੈ, ਗੁਰਬਾਣੀ ਪੜ੍ਹਨ ਦਾ ਮਹਾਤਮ ਨਹੀਂ। ਮਹਾਰਾਜ ਜੀ ਇਹ ਨਹੀਂ ਕਹਿ ਰਹੇ, ਕਹਿੰਦੇ ਜਦੋਂ ਗੁਰਬਾਣੀ ਪੜ੍ਹਨ ਦਾ ਸਮਾਂ ਉਦੋਂ ਗੁਰਬਾਣੀ, ਜਦੋਂ ਕੀਰਤਨ ਦੀ ਡਿਊਟੀ ਦਾ ਸਮਾਂ ਉਦੋਂ ਕੀਰਤਨ। ਗੁਰਬਾਣੀ ਦਾ ਜਿਹੜਾ ਜਾਪ ਹੈ ਉਹ ਗੁਰਦੇਵ ਨੇ ਇਸ ਤਰ੍ਹਾਂ ਕਿਹਾ ਵੀ ਖੂਹ ਦਾ ਪਾਣੀ ਹੈ। ਖੂਹ ਦੇ ਪਾਣੀ ਨਾਲ ਅਸੀਂ ਆਪਣਾ ਖੇਤ ਸਿੰਚ ਲਿਆ, ਨਾਲ ਕੋਈ ਗੁਆਂਢੀ ਹੈ ਉਹਦਾ ਵੀ ਖੇਤ ਸਿੰਚ ਲਿਆ। ਕੀਰਤਨ ਇਹ ਮੌਲੇ ਧਾਰ ਵਰਖਾ ਹੈ, ਜਿਹੜੇ ਖੇਤ ਤੱਕ ਸਾਡੇ ਖੂਹ ਦਾ ਪਾਣੀ ਨਹੀਂ ਪਹੁੰਚਦਾ ਉੱਥੇ ਮੀਂਹ ਦਾ ਪਾਣੀ ਪਹੁੰਚ ਜਾਂਦਾ ਹੈ। ਇਸੇ ਤਰ੍ਹਾਂ ਮੌਲੇ ਧਾਰ ਮੀਂਹ ਪੈ ਹਟੇ, ਪਾਣੀ ਫਿਰ ਨੀਵਿਆਂ ਥਾਵਾਂ 'ਤੇ ਆ ਜਾਂਦਾ, ਟਿੱਬੇ ਸੁੱਕੇ ਰਹਿ ਜਾਂਦੇ ਨੇ। ਉਹਨਾਂ ਟਿੱਬਿਆਂ ਨੂੰ ਸਰ ਸ਼ਬਦ ਕਰਨ ਲਈ ਨਿੱਕੀ ਨਿੱਕੀ ਕਣੀ ਦੀ ਫੂੜ ਪੈਂਦੀ ਹੈ, ਉਹ ਹੈ ਗੁਰਬਾਣੀ ਦੀ ਕਥਾ। ਕਥਾ ਇਸ ਤਰ੍ਹਾਂ ਹੈ, ਝੜੀ ਲਾਏ ਜਿਉਂ ਬਰਖਾ ਜਲ ਹੈ, ਜਿਵੇਂ ਝੜੀ ਲੱਗ ਜਾਂਦੀ ਹੈ ਮੀਂਹ ਦੀ ਲਗਾਤਾਰ, ਉਹ ਟਿੱਬਿਆਂ ਨੂੰ ਵੀ ਸਿੰਚ ਦਿੰਦੀ ਹੈ। ਕੀਰਤਨ ਦੁਆਰਾ ਜਿਹੜੇ ਸ਼ਬਦਾਂ ਦੀ ਸਮਝ ਨਹੀਂ ਪਈ, ਕੀਰਤਨੀਆਂ ਨੇ ਕੀਰਤਨ ਕਰ ਦਿੱਤਾ, ਹੁਣ ਸਾਰਿਆਂ ਦੀ ਸੁਰਤ ਸ਼ਬਦਾਂ ਦੇ ਭਾਵ ਨਹੀਂ ਸਮਝ ਸਕਦੀ, ਕੋਈ ਸਮਝ ਗਿਆ ਕੋਈ ਨਹੀਂ। ਜਿਹੜੇ ਨਹੀਂ ਸਮਝੇ ਉਹਨਾਂ ਨੂੰ ਸਮਝਾਉਣ ਲਈ ਉਹਨਾਂ ਸ਼ਬਦਾਂ ਦੀ ਫਿਰ ਅੱਗੇ ਕਥਾ ਹੈ। ਤੋ ਇੱਦਾਂ ਸਾਰੇ ਇੱਕ ਦੂਜੇ ਦੇ ਪੂਰਕ ਹਨ। ਗੁਰਬਾਣੀ ਦੇ ਪਾਠ ਦਾ ਵੀ ਮਹਾਤਮ ਹੈ, ਗੁਰਬਾਣੀ ਦੇ ਕੀਰਤਨ ਦਾ ਵੀ ਮਹਾਤਮ ਹੈ, ਗੁਰਬਾਣੀ ਦੀ ਕਥਾ ਦਾ ਵੀ ਮਹਾਤਮ ਹੈ। ਜਿਹੜੇ ਗੁਰਬਾਣੀ ਨੂੰ ਵਕਤਾ ਬਣ ਕੇ ਉਚਾਰਦੇ ਹਨ ਜਾਂ ਸਰੋਤਾ ਬਣ ਕੇ ਸੁਣਦੇ ਨੇ, ਚਾਹੇ ਉਹ ਬਾਣੀ ਪਾਠ ਪੜ੍ਹਨ ਦੇ ਵਿੱਚ, ਚਾਹੇ ਕੀਰਤਨ ਰੂਪ ਵਿੱਚ, ਚਾਹੇ ਕਥਾ ਰੂਪ ਦੇ ਵਿੱਚ, ਜਿਹੜਾ ਵੀ ਸੁਣਦਾ ਜਾਂ ਕੋਈ ਕਥਨ ਕਰਦਾ, ਮਹਾਰਾਜ ਜੀ ਕਹਿੰਦੇ ਉਹਨਾਂ ਨੂੰ ਸ਼ੁਭ ਗਤੀ ਪ੍ਰਾਪਤ ਹੁੰਦੀ ਹੈ। ਹਾਂਜੀ। ਅੰਤ ਵਿਖੇ ਗੁਰ ਰੂਪ ਸਮਾਵੇ, ਉਹ ਅੰਤ ਵੇਲੇ ਗੁਰੂ ਦੇ ਸਰੂਪ ਵਿੱਚ ਸਮਾ ਕੇ ਅਭੇਦ ਹੋ ਜਾਂਦੇ ਨੇ।
ਗੁਰੂ ਵਿੱਚ ਹੀ ਇੱਕ ਬਿੱਕ ਹੋ ਜਾਂਦੇ ਹਨ। ਇਮੇ ਅਧਿਕਾਰ ਸ਼ਬਦ ਕੋ ਜਾਨ। ਇਸ ਤਰ੍ਹਾਂ ਸ਼ਬਦ ਦਾ ਭਾਈ ਅਧਿਕਾਰ ਜਾਣੋ। ਫਲ ਪਰ ਰਾਖੋ ਦ੍ਰਿਸ਼ਟ ਸੁਜਾਨ। ਐ ਸੁਜਾਨ ਪੁਰਸ਼ੋ ਫਲ ਦੇ ਉੱਤੇ ਦ੍ਰਿਸ਼ਟੀ ਰੱਖੋ। ਦੋਹਰਾ ਸੰਗਤ ਸਭ ਨਿਸਚੈ ਤਰੈ ਗੁਰ ਕੀ ਸ਼ਰਣੀ ਆਏ। ਜਿਤਨੀ ਸੰਗਤ ਸਤਿਗੁਰਾਂ ਦੀ ਸ਼ਰਨ ਵਿੱਚ ਆਉਂਦੀ ਹੈ ਨਿਸ਼ਚੇ ਹੀ ਉਹਨਾਂ ਦਾ ਪਾਰ ਉਤਾਰਾ ਹੋਵੇਗਾ। ਨਿਸ਼ਚੇ ਹੀ ਜਿਹੜਾ ਵੀ ਗੁਰੂ ਕੀ ਸ਼ਰਨ ਚ ਆਏਗਾ, ਜਿਹੜੀ ਸੰਗਤ ਗੁਰੂ ਕੀ ਸ਼ਰਨ ਆਏਗੀ, ਨਿਸ਼ਚੇ ਉਹਨਾਂ ਨੂੰ ਪਾਰ ਉਤਾਰਾ ਪ੍ਰਾਪਤ ਹੋਵੇਗਾ। ਈਹਾ ਭੁਗਤ ਆਗੇ ਮੁਕਤ ਮਾਰਗ ਬਦ ਬਤਾਏ। ਕਹਿੰਦੇ ਇੱਥੇ ਭੁਗਤੀ ਵੀ ਮਿਲੇਗੀ ਤੇ ਫਿਰ ਮੁਕਤੀ ਵੀ ਪ੍ਰਾਪਤ ਹੋਵੇਗੀ। ਉਸ ਸੰਗਤ ਨੂੰ ਜਿਹੜੀ ਗੁਰੂ ਸ਼ਰਨ ਆਏਗੀ ਉਹਨਾਂ ਦਾ ਲੋਕ ਵੀ ਸੁਖੀ ਹੋਵੇਗਾ, ਪਰ ਲੋਕ ਵੀ ਸੁਹੇਲਾ ਹੋਵੇਗਾ। ਲੋਕ ਸੁਖੀਏ ਲੋਕ ਸੁਖੀਏ ਪਰ ਲੋਕ ਸੁਹੇਲੇ। ਨਾਨਕ ਹਰ ਪ੍ਰਭ ਆਪੇ ਮੇਲੇ। ਆਗੈ ਸੁਖ ਮੇਰੇ ਮੀਤਾ ਪਾਛੇ ਆਨੰਦ ਪ੍ਰਭ ਕੀਤਾ। ਆਗੇ ਦਾ ਮਤਲਬ ਪਰਲੋਕ, ਪਾਛੇ ਆਲੋਕ। ਜਿਹੜਾ ਗੁਰੂ ਸ਼ਰਨ ਚ ਆਏਗਾ ਭਾਈ ਸੰਤੋਖ ਸਿੰਘ ਸਾਹਿਬ ਜੀ ਇੱਥੇ ਲਿਖ ਰਹੇ ਨੇ, ਕਹਿੰਦੇ ਭਾਈ ਨਿਸ਼ਚੇ ਹੀ ਤਿਨਾਂ ਨੂੰ ਲੋਕ ਪਰਲੋਕ ਦੀ ਸਫਲਤਾ ਹਾਸਲ ਹੋਵੇਗੀ। ਚੌਪਈ ਦਇਆ ਸਿੰਧ ਇਮ ਕੈ ਭੇ ਮੋਨ। ਦਇਆ ਦੇ ਅਥਾਹ ਸਮੁੰਦਰ। ਕਈ ਵਾਰੀ ਨਾ ਮਨੁੱਖ ਸਮਝਦਾ ਵੀ ਸ਼ਾਇਦ ਮੈਂ ਸਹੀ ਹਾਂ, ਦੂਸਰਾ ਗਲਤ ਹੈ। ਹੁਣ ਇਹ ਸਿੱਖ ਨੇ ਵੀ ਇਹੀ ਸਮਝਿਆ ਸੀ ਵੀ ਮੈਂ ਸਹੀ ਸੀ, ਰਾਗੀ ਸਿੰਘ ਗਲਤ ਨੇ। ਕਈ ਵਾਰੀ ਸੋਝੀ ਨਹੀਂ ਹੁੰਦੀ, ਸਮਝ ਨਹੀਂ ਹੁੰਦੀ ਵੀ ਮੈਂ ਸਹੀ ਹਾਂ, ਇਹ ਗਲਤ ਨੇ। ਪਰ ਜਦੋਂ ਗੁਰੂ ਸਾਹਿਬ ਕੋਲ ਨਿਰਣਾ ਰੱਖਿਆ, ਉਸ ਵੇਲੇ ਗਰੀਬ ਨਵਾਜ ਪਾਤਸ਼ਾਹ ਜੀ ਨੇ ਜੋ ਨਿਆਂ ਸੀ, ਇਨਸਾਫ ਸੀ, ਬਿਲਕੁਲ ਸਾਹਮਣੇ ਕਰ ਦਿੱਤਾ। ਇਸ ਕਰਕੇ ਭਰਮ ਕਦੇ ਨਹੀਂ ਆਪਣੇ ਹਿਰਦੇ 'ਚ ਪਾਲਣਾ ਚਾਹੀਦਾ ਵੀ ਮੈਂ ਜੋ ਕਰਦਾ ਉਹ ਬਿਲਕੁਲ ਸਹੀ ਹੈ, ਦੂਜਾ ਜੋ ਕਰਦਾ ਉਹ ਗਲਤ ਹੈ। ਹੋ ਸਕਦਾ ਹੈ ਜੋ ਦੂਜਾ ਕਰ ਰਿਹਾ ਉਹ ਸਹੀ ਹੈ, ਜੋ ਅਸੀਂ ਕਰ ਰਹੇ ਹਾਂ ਸ਼ਾਇਦ ਉਹ ਗਲਤ ਹੋਵੇ। ਇਸ ਕਰਕੇ ਐਸਾ ਨਿਸ਼ਚਾ ਕਦੇ ਨਹੀਂ ਆਪਣੇ, ਇਹ ਭਰਮ ਹੀ ਹੁੰਦਾ ਇੱਕ ਪ੍ਰਕਾਰ ਦਾ। ਜਦੋਂ ਇੱਦਾਂ ਦਾ ਭਰਮ ਹੁੰਦਾ ਉਹ ਫਿਰ ਬੰਦੇ ਲੜਦੇ ਵੇਖੇ ਜਾਂਦੇ ਨੇ। ਉਹ ਧਰਮ ਸਥਾਨਾਂ 'ਤੇ ਵੀ ਆ ਕੇ ਲੜਾਈ ਕਰਦੇ ਆ ਵੀ ਅਸੀਂ ਤਾਂ ਆਹ ਇੰਨੇ ਸਾਲਾਂ ਤੋਂ ਸਹੀ ਕੰਮ ਇਹ ਕਰਦੇ ਸੀ, ਤੁਸੀਂ ਹੁਣ ਨਾ ਨਵਾਂ ਕੰਮ ਸਾਨੂੰ ਦੱਸਣ ਲੱਗ ਪਏ ਹੋ ਜੀ, ਇਹ ਗਲਤ ਹੈ ਜੀ। ਹੋ ਸਕਦਾ ਅਸੀਂ ਇੰਨੇ ਸਾਲਾਂ ਤੋਂ ਸ਼ਾਇਦ ਕੋਈ ਗਲਤ ਕਰ ਰਹੇ ਹੋਈਏ, ਹੁਣ ਸਹੀ ਦੱਸਿਆ ਜਾ ਰਿਹਾ, ਐਸਾ ਵੀ ਤਾਂ ਹੋ ਸਕਦਾ ਹੈ ਨਾ। ਇਸ ਕਰਕੇ ਭਰਮ ਆਪਣੇ ਹਿਰਦੇ 'ਚ ਨਹੀਂ ਰੱਖਣਾ ਚਾਹੀਦਾ। ਇਹ ਭਰਮ ਆਪਣੇ ਹਿਰਦੇ 'ਚੋਂ ਗੁਰਸਿੱਖ ਨੂੰ ਨਿਵਾਰਨਾ ਚਾਹੀਦਾ। ਭੁੱਲਣ ਅੰਦਰ ਹਾਂ ਸਾਡੇ ਕੋਲੋਂ ਭੁੱਲਾਂ ਹੁੰਦੀਆਂ, ਸਮਰੱਥਤਾ ਨਹੀਂ ਹਾਂ ਅਸੀਂ, ਸਰਬ ਕਲਾ ਸੰਪੂਰਨਤਾ ਨਹੀਂ ਹਾਂ ਨਾ। ਇਨਸਾਨ ਆ, ਗਲਤੀਆਂ ਤੋਂ ਹੀ ਇਨਸਾਨ ਪੈਦਾ ਹੋਇਆ। ਮਨੁੱਖ ਦਾ ਤਾਂ ਸਰੀਰ ਹੀ ਗਲਤੀਆਂ ਦਾ ਪੁਤਲਾ ਹੈ। ਦੱਸਿਆ ਜਾਂਦਾ, ਕਹਿੰਦੇ ਆਦਮ ਨੇ ਗਲਤੀ ਕੀਤੀ ਤਾਂ ਬੰਦੇ ਪੈਦਾ ਹੋਏ, ਆਦਮੀ ਪੈਦਾ ਹੋਏ। ਯਾਨੀ ਕਿ ਇਹ ਮੂਲ ਰੂਪ ਵਿੱਚ ਇਹੀ ਮੰਨਿਆ ਗਿਆ। ਇਸ ਕਰਕੇ ਭਾਈ ਗੁਰੂ ਸਮਰੱਥ ਹੈ, ਗੁਰੂ ਸਰਬੱਗ ਹੈ, ਗੁਰੂ ਅਭੁੱਲ ਹੈ। ਇਹ ਸਿੱਖ ਨੇ ਆਪਣੇ ਹਿਰਦੇ 'ਚ ਜਾਣਨਾ। ਇਹ ਸਿੱਖ ਨੂੰ ਵੀ ਭਰਮ ਪੈ ਗਿਆ ਸੀ ਮੈਂ ਸਹੀ ਹਾਂ, ਪਰ ਸਤਿਗੁਰੂ ਜੀ ਸਮਰੱਥ ਨੇ, ਉਹਨਾਂ ਨੇ ਭਰਮ ਕੱਢ ਦਿੱਤਾ। ਕੀਰਤਨ ਦੀ ਮਹੱਤਤਾ ਵੀ ਦੱਸ ਦਿੱਤੀ, ਗੁਰਬਾਣੀ ਦੇ ਪਾਠ ਦਾ ਮਹਾਤਮ ਵੀ ਦੱਸਿਆ ਵੀ ਇਹ ਵੀ ਚਬੇਣੀ ਹੈ। ਐਸਾ ਨਹੀਂ ਹੈ ਕਿ ਇਹਦਾ ਕੋਈ ਲਾਭ ਨਹੀਂ ਹੈ। ਜਿਹੜੀ ਚਬੇਣੀ ਹੈ ਇਹਦਾ ਵੀ ਆਪਣਾ ਰਸ ਹੈ, ਇਹਦੀ ਵੀ ਜ਼ਰੂਰਤ ਹੈ। ਐਸਾ ਨਹੀਂ ਕਿ ਚਬੇਣੀ ਦੀ ਜ਼ਰੂਰ ਹਰ ਵੇਲੇ ਪਕਵਾਨ ਤਾਂ ਨਹੀਂ ਖਾਧੇ ਜਾਂਦੇ। ਇਹ ਚਬੇਣੀ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਹਾ ਸਮਾਈ, ਤਿੰਨ ਚੀਜ਼ਾਂ ਨੇ ਇਹ ਪੰਕਤੀ ਵਿੱਚ, ਤਿੰਨ ਚੀਜ਼ਾਂ ਦਸੀਆਂ। ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਹਾ ਸਮਾਈ। ਗੁਰਮੁਖ ਕੀਰਤਨ ਕਰਦਾ, ਨਾਦੰ ਕੀਰਤਨ ਵਿੱਚ ਜੁੜਦਾ, ਵੇਦੰ ਕੀਰਤਨ ਕਰਦਿਆਂ ਜੇ ਮਨ ਕਰੇ ਤੇ ਵੇਦੰ ਵਿਚਾਰ ਕਰਨ ਲੱਗ ਪੈਂਦਾ, ਕਥਾ ਸੁਣਨ ਲੱਗ ਪੈਂਦਾ, ਕਰਨ ਲੱਗ ਪੈਂਦਾ, ਜਾਂ ਗੁਰਬਾਣੀ ਪੜ੍ਹਨ ਲੱਗ ਪੈਂਦਾ ਹੈ। ਤੇ ਫਿਰ ਗੁਰਮੁਖ ਰਿਹਾ ਸਮਾਈ,
ਮਨ ਕਰੇ ਜੋ ਗੁਰਬਾਣੀ ਦਾ ਰਸ ਅੰਦਰ ਮਾਣਿਆ, ਨੇਤਰ ਮੁੰਦ ਕੇ ਆਪਣੇ ਨਿਜ ਸਰੂਪ 'ਚ ਸਮਾ ਜਾਵੇ। ਇਸ ਕਰਕੇ ਭਾਈ ਇਹਨਾਂ ਸਾਰੀਆਂ ਚੀਜ਼ਾਂ ਦੀ ਆਪੋ ਆਪਣੀ ਮਹੱਤਤਾ ਹੈ। ਆਪੋ ਆਪਣੀ ਮਹੱਤਤਾ ਦੇ ਨਾਲ ਇਹ ਸਾਰੀਆਂ ਮਹਾਰਾਜ ਜੀ ਨੇ ਚੀਜ਼ਾਂ ਸਾਨੂੰ, ਰੀਤੀਆਂ ਜਿਹੜੀਆਂ ਨੇ ਗੁਰੂ ਘਰ ਦੀ ਮਰਿਆਦਾ ਹੈ, ਉਹ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਬਖਸ਼ਿਸ਼ ਕੀਤੀ ਹੈ। ਹਾਂਜੀ। ਦਇਆ ਸਿੰਧ ਇਮ ਕੈ ਕੇ ਭੇ ਮੌਨ। ਇਹਦਾ ਵਚਨ ਕਰਕੇ ਦਇਆ ਦੇ ਸਮੁੰਦਰ ਸਤਿਗੁਰੂ ਕਲਗੀਧਰ ਜੀ ਚੁੱਪ ਕਰ ਗਏ। ਸਿੱਖਨ ਸੁਨਿਓ ਮਹਾਤਮ ਸ਼੍ਰੋਨ। ਸਿੱਖਾਂ ਨੇ ਮਹਾਤਮ ਸੁਣ ਲਿਆ, ਕੀਰਤਨ ਦਾ ਵੀ, ਗੁਰਬਾਣੀ ਦੇ ਪਾਠ ਦਾ ਵੀ, ਗੁਰਬਾਣੀ ਦੀ ਕਥਾ ਦਾ ਵੀ। ਤੋ ਸਾਰੇ ਮਹਾਤਮ ਗੁਰਸਿੱਖਾਂ ਨੇ ਸੁਣ ਲਏ, ਕੀਰਤਨ ਦੀ ਮਹਿਮਾ ਸੁਣੀ। ਭਏ ਆਨੰਦ ਦੇਖ ਮੁਖ ਇੰਦ। ਸਤਿਗੁਰੂ ਜੀ ਦੇ ਚੰਨ ਜੈਸੇ ਸੁੰਦਰੇ ਮੁਖੜੇ ਨੂੰ ਤੱਕ ਕੇ ਸਿੱਖ ਆਨੰਦਿਤ ਹੋ ਗਏ, ਖੇੜੇ ਵਿੱਚ ਆ ਗਏ। ਕਹਿੰਦੇ ਜੈਸੇ ਚੰਨ ਨੂੰ ਵੇਖ ਕੇ ਚਕੋਰਾਂ ਖੇੜੇ ਵਿੱਚ ਆਉਂਦੀਆਂ ਹਨ, ਤੈਸੇ ਗੁਰਸਿੱਖ ਖੇੜੇ ਵਿੱਚ ਆਏ। ਬੰਦਨ ਕਰੇ ਚਰਨ ਅਰਬਿੰਦ। ਸਾਹਿਬ ਜੀ ਦੇ ਪਵਿੱਤਰ ਚਰਨ ਕਮਲਾਂ ਦੇ ਉੱਤੇ ਬੜੇ ਅਦਬ ਨਾਲ, ਸਤਿਕਾਰ ਨਾਲ ਬੰਦਨਾ ਕਰਦੇ ਹਨ, ਮੱਥਾ ਟੇਕਦੇ ਹਨ। ਏਕ ਦਿਵਸ ਸ਼ੁਭ ਸੁਰਪਤ ਜੈਸੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਇਸੇ ਤਰ੍ਹਾਂ ਸਿੱਖਾਂ ਦਾ ਉਧਾਰ ਕਰ ਰਹੇ ਨੇ। ਰੋਜ਼ ਕੋਈ ਨਾ ਕੋਈ ਵਿਚਾਰ ਗੋਸ਼ਟੀ ਹੁੰਦੀ ਹੈ, ਰੋਜ਼ ਕਿਸੇ ਨਾ ਕਿਸੇ ਵਿਸ਼ੇ ਤੇ ਚਰਚਾ ਹੁੰਦੀ ਹੈ। ਆਪਣਿਆਂ ਸਿੱਖਾਂ ਨੂੰ ਸਰਬ ਪ੍ਰਕਾਰ ਕਰਕੇ ਗੁਰਦੇਵ ਗਿਆਨ ਦੀ ਦਾਤ ਬਖਸ਼ਿਸ਼ ਕਰਕੇ ਸਰਬੱਗ ਕਰ ਰਹੇ ਨੇ, ਖਾਲਸੇ ਪੰਥ ਨੂੰ ਸਰਬੱਗ ਕਰ ਰਹੇ ਨੇ। ਦਇਆਨਿਧ ਸੁਆਮੀ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਇਸੇ ਤਰ੍ਹਾਂ ਇੱਕ ਦਿਨ ਆਪਣੇ ਦੀਵਾਨ ਵਿੱਚ ਬੈਠੇ ਨੇ। ਸਹਿਜ ਸੁਭਾਏ ਸਤਿਗੁਰ ਬੈਸੇ। ਸੁਭਾਵਕ ਜਿਵੇਂ ਮਹਾਰਾਜ ਜੀ ਆਪਣੀ ਮੌਜ ਵਿੱਚ ਰਹਿੰਦੇ ਐ, ਸਹਿਜ ਸੁਭਾਏ ਸੁਭਾਵਕ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਬੈਠੇ ਹਨ। ਪਾਠ ਕਰੇ ਸਿੱਖ ਓੰਕਾਰਾ। ਇੱਕ ਸਿੱਖ ਓੰਕਾਰ ਦਾ ਪਾਠ ਕਰ ਰਿਹਾ ਹੈ। ਓੰਕਾਰ ਬਾਣੀ ਦੱਖਣੀ ਓੰਕਾਰ। ਓੰਕਾਰੇਸ਼ਵਰ ਤੀਰਥ ਤੇ ਜਗਤ ਗੁਰੂ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਪਾਵਨ ਬਾਣੀ ਰਾਮਕਲੀ ਰਾਗ ਵਿੱਚ ਉਚਾਰਨ ਕੀਤੀ। ਰਾਮਕਲੀ ਰਾਗ ਦੱਖਣੀ ਓੰਕਾਰ। ਦੱਖਣੀ ਦੇ ਕਈ ਅਰਥ ਮਹਾਂਪੁਰਸ਼ ਕਰਦੇ ਹੈ। ਦੱਖਣ ਦਿਸ਼ਾ 'ਚ ਉਚਾਰਨ ਕੀਤੀ ਹੈ। ਓੰਕਾਰੇਸ਼ਵਰ ਤੀਰਥ ਦੱਖਣ ਦਿਸ਼ਾ 'ਚ ਹੈ। ਦੱਖਣੀ ਇੱਕ ਰਾਗ ਦਾ ਪ੍ਰਕਾਰ ਵੀ ਹੈ। ਤੋ ਬਾਣੀ ਦਾ ਨਾਮ ਹੈ ਓੰਕਾਰ। ਇਹ ਰਾਮਕਲੀ ਰਾਗ ਵਿੱਚ ਸਾਹਿਬ ਨੇ ਉਚਾਰਨ ਕੀਤੀ ਹੈ। ਪਾਤਸ਼ਾਹ ਦੇ ਬਚਨ ਨੇ ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਓੰਕਾਰ ਬ੍ਰਹਮਾ ਓਤਪਾਤ, ਓੰਕਾਰ ਕੀਆ ਜਿਨ ਚਿਤ, ਓੰਕਾਰ ਸੈਲ ਜੁਗ ਭਏ, ਓੰਕਾਰ ਵੇਦ ਨਿਰਮਏ, ਓੰਕਾਰ। ਇਹ ਸਾਰਾ ਸ਼ਬਦ ਮਹਾਰਾਜ ਜੀ ਨੇ ਓੰਕਾਰ ਦੀ ਬਾਣੀ ਦੇ ਪ੍ਰਾਰੰਭ ਵਿੱਚ ਪੁਰਾਤਨ ਗੁਰਸਿੱਖ ਇਸ ਬਾਣੀ ਦਾ ਨਿਤਨੇਮ ਕਰਿਆ ਕਰਦੇ। ਹੁਣ ਵੀ ਬਹੁਤ ਸਾਰੇ ਗੁਰਮੁਖ ਹਨ ਜਿਹੜੇ ਪੰਜ ਗ੍ਰੰਥੀ ਵਿੱਚ ਕਿਉਂਕਿ ਇਹ ਬਾਣੀ ਪੰਜ ਗ੍ਰੰਥੀ ਵਿੱਚ ਪੜ੍ਹਾਈ ਜਾਂਦੀ ਹੈ ਵਿਦਿਆਰਥੀਆਂ। ਦੱਖਣੀ ਓੰਕਾਰ, ਸਿੱਧ ਗੋਸ਼ਟ, 52 ਅੱਖਰੀ। ਤੋ ਬਹੁਤ ਸਾਰੇ ਗੁਰਸਿੱਖ ਹਰ ਰੋਜ਼ ਪੰਜ ਗ੍ਰੰਥੀ ਦਾ ਵੀ ਨਿਤਨੇਮ ਕਰਦੇ ਨੇ, ਜਿਨ੍ਹਾਂ ਦਾ ਨਿਤਨੇਮ ਕਰਨ ਦੀ ਸਾਧਨਾ ਬਣੀ ਹੋਈ। ਕਈ ਐਸੇ ਗੁਰਮੁਖ ਵੀ ਨੇ ਪੰਜ ਗ੍ਰੰਥੀ ਦੇ ਨਾਲ ਨਾਲ ਅੱਗੇ 10 ਗ੍ਰੰਥੀ ਦਾ ਨਿਤਨੇਮ ਵੀ ਕਰਦੇ। ਪੰਜ ਗ੍ਰੰਥੀ ਦਾ ਵੀ ਨਿਤਨੇਮ ਕਰਨਾ ਹੋਵੇ ਕਾਫੀ ਸਮਾਂ ਲੱਗ ਜਾਂਦਾ। ਫਿਰ 10 ਗ੍ਰੰਥੀ ਦਾ ਵੀ ਨਿਤਨੇਮ ਤੇ 10 ਗ੍ਰੰਥ। ਹੁਣ ਪੰਜ ਗ੍ਰੰਥੀ ਦੇ ਵਿੱਚ ਬਾਣੀ ਜਿਵੇਂ ਜਪਜੀ ਸਾਹਿਬ, ਸ਼ਬਦ ਹਜ਼ਾਰੇ, ਸੁਖਮਣੀ ਸਾਹਿਬ, ਆਸਾ ਜੀ ਦੀ ਵਾਰ, ਫਿਰ ਦੱਖਣੀ ਓੰਕਾਰ, ਸਿੱਧ ਗੋਸ਼ਟ, 52 ਅੱਖਰੀ। ਬਾਣੀਆਂ ਪੜ੍ਹਨ 'ਤੇ ਕਿੰਨਾ ਸਮਾਂ ਲੱਗ ਜਾਂਦਾ। ਫਿਰ 10 ਗ੍ਰੰਥੀ ਦੇ ਵਿੱਚ ਪੁਰਾਤਨ ਸਿੰਘ ਹੁਣ ਵੀ ਕਈ ਗੁਰਮੁਖ ਕਰਦੇ ਨੇ ਨਿਤਨੇਮ। 10 ਗ੍ਰੰਥੀ ਵਿੱਚ ਜਾਪ ਸਾਹਿਬ ਹੈ, ਫਿਰ ਅਕਾਲ ਉਸਤਤ ਹੈ, ਫਿਰ ਗਿਆਨ ਪ੍ਰਬੋਧ ਹੈ, ਫਿਰ ਚੰਡੀ ਚਰਿੱਤਰ ਪਹਿਲਾ, ਚੰਡੀ ਚਰਿੱਤਰ ਦੂਜਾ, ਚੰਡੀ ਦੀ ਵਾਰ। ਉਹ ਇਸ ਪ੍ਰਕਾਰ ਨਾਲ ਕਿਤਨਾ ਨਿਤਨੇਮ ਗੁਰਸਿੱਖਾਂ ਦਾ ਸੀ। ਤੇ ਹੁਣ ਤਾਂ ਅਸੀਂ ਨਿਤਨੇਮ ਪੰਜ ਬਾਣੀਆਂ ਦਾ ਵੀ ਸਾਡੇ ਕੋਲ ਔਖਾ ਹੁੰਦਾ, ਵੈਸੇ ਕਠਿਨ ਹੋ ਗਿਆ। ਤੋ ਪੁਰਾਤਨ ਗੁਰਸਿੱਖ ਇਹਨਾਂ ਬਾਣੀਆਂ ਦਾ ਜਾਪ ਕਰਦੇ। ਕਲਗੀਧਰ ਜੀ ਬੈਠੇ ਨੇ, ਇੱਕ ਸਿੰਘ ਦੱਖਣੀ ਓੰਕਾਰ ਦੀ ਬਾਣੀ ਦਾ ਪਾਠ ਕਰ ਰਿਹਾ ਸੀ। ਗੁਰਬਾਣੀ ਦਾ ਪਾਠ ਕਰਦਿਆਂ ਕਰਦਿਆਂ
ਉਸ ਗੁਰਸਿੱਖ ਦੀ ਰਸਨਾ ਤੋਂ ਇਹ ਪੰਕਤੀ ਇੱਕ ਮਾਤਰਾ ਛੱਡ ਕੇ ਉਚਾਰਨ ਹੋਈ। ਪੰਕਤੀ ਸੀ, ਕਰਤੇ ਕੀ ਮਿਤ ਕਰਤਾ ਜਾਣੈ, ਕੈ ਜਾਣੈ ਗੁਰ ਸੂਰਾ। ਕੱਕੇ ਤੇ ਦਲਾਵਾਂ ਲੱਗੀਆਂ ਸੀ, ਉਚਾਰਨ ਕਰ ਗਿਆ ਕੇ ਜਾਣੈ ਗੁਰ ਸੂਰਾ। ਹੁਣ ਇੱਕ ਲਾਂ ਤੇ ਫਰਕ ਦੇ ਨਾਲ ਹੀ ਅਰਥ ਦੇ ਅਨਰਥ ਹੋ ਗਏ। ਕਲਗੀਧਰ ਜੀ ਉਸ ਸਿੱਖ ਨੂੰ ਸਮਝਾ ਰਹੇ ਨੇ ਔਰ ਨਾਲ ਸਿੱਖਾਂ ਨੂੰ ਉਪਦੇਸ਼ ਵੀ ਦੇ ਰਹੇ ਨੇ ਕਿ ਆ ਗੁਰਸਿੱਖੋ, ਸਿੱਖੋ ਸੁਨੋ ਸੀਖ ਯਹ ਮੇਰੀ, ਬਾਣੀ ਪਠੋ ਸ਼ੁੱਧ ਗੁਰ ਕੇਰੀ। ਗੁਰਬਾਣੀ ਨੂੰ ਸ਼ੁੱਧ ਤਰੀਕੇ ਨਾਲ ਪੜ੍ਹਨ ਦਾ ਯਤਨ ਕਰੋ। ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ। ਸਾਹਿਬ ਜੀ ਦਾ ਪਵਿੱਤਰ ਪਾਵਨ ਇਤਿਹਾਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਮੇਘ ਨੂੰ ਫੁਰਮਾਨ ਹੋਆ, ਮੇਘ ਨੂੰ ਫੁਰਮਾਨ ਹੋਆ, ਮੇਘ ਨੂੰ ਫੁਰਮਾਨ ਹੋਆ, ਮੇਘ ਨੂੰ ਫੁਰਮਾਨ ਹੋਆ। ਬਰਸੋ ਕਿਰਪਾ ਧਾਰ, ਬਰਸੋ ਕਿਰਪਾ ਧਾਰ, ਬਰਸੋ ਕਿਰਪਾ ਧਾਰ, ਬਰਸੋ ਕਿਰਪਾ ਧਾਰ। ਬਰਸੋ ਕਿਰਪਾ ਧਾਰ, ਬਰਸੋ ਕਿਰਪਾ ਧਾਰ, ਬਰਸੋ ਕਿਰਪਾ ਧਾਰ, ਬਰਸੋ ਕਿਰਪਾ ਧਾਰ। ਵਾਹਿਗੁਰੂ ਵਾਹਿਗੁਰੂ, 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 ਵਾਹਿਗੁਰੂ ਵਾਹਿਗੁਰੂ। ਹੇ ਅਚੁੱਤ ਹੈ ਪਾਰ ਬ੍ਰਹਮ, ਅਬਨਾਸੀ ਅਗਨਾਸ, ਹੇ ਪੁਰਨ ਹੈ ਸਰਬ